ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਇਸ ਮਹਿਫਲ ਦੇ ਵਿੱਚ ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਅੱਜ ਦੀ ਇਸ ਮਹਿਫਲ ਦੇ ਵਿੱਚ। ਔਰ ਤੁਸੀਂ ਦੋਸਤੋ ਜਿੱਥੇ ਰੰਗਲਾ ਪੰਜਾਬ ਨੂੰ ਸੁਣ ਰਹੇ ਹੋ ਦੇਖ ਰਹੇ ਹੋ ਉੱਥੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਡੇ ਨਾਲ ਹਾਜ਼ਰ ਨੇ। ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿੱਚ ਕੁਝ ਟੈਕਨੀਕਲ ਵਜ੍ਹਾ ਕਰਕੇ ਉਹਨਾਂ ਦਾ ਚਿਹਰਾ ਸ਼ਾਇਦ ਤੁਹਾਨੂੰ ਧੁੰਦਲਾ ਦਿਖਾਈ ਦੇ ਰਿਹਾ ਹੈ ਅਤੇ ਮੈਨੂੰ ਵੀ, ਪਰ ਖੈਰ ਐਨੀਵੇ ਕੁਝ ਨਾ ਕੁਝ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਨਹੀਂ ਤਾਂ ਕੱਲ੍ਹ। ਅਤੇ ਆਓ ਫਿਰ ਆਪਾਂ ਖਬਰਾਂ ਵਾਲੇ ਪਾਸੇ ਨੂੰ ਵੱਧਦੇ ਹਾਂ। ਨੰਬਰ 905 813 1320 9058131320। ਸਾਨੂੰ ਪਤਾ ਹੈ ਕਿ ਤੁਹਾਡੇ ਵੱਲੋਂ ਕਾਫੀ ਫੋਨ ਕਾਲਸ ਆਉਣੇ ਸ਼ੁਰੂ ਹੋ ਜਾਣੇ ਨੇ ਕਿ ਪੱਟੀ ਸਾਹਿਬ ਦਾ ਚਿਹਰਾ ਜੀ ਕਲੀਅਰ ਨਹੀਂ ਦਿਖਾਈ ਦੇ ਰਿਹਾ। ਸੋ ਟੈਕਨੀਕਲ ਕਿਸੇ ਵੇਲੇ ਵੀ ਕੋਈ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਅਤੇ ਇਸ ਲਈ ਅਸੀਂ ਖੇਬਾਂ ਦੇ ਜਾਚਕ ਹਾਂ। ਸਾਡੀ ਕੋਸ਼ਿਸ਼ ਇਹ ਸੀਗੀ ਕਿ ਇਹਨਾਂ ਦਾ ਜਿਹੜਾ ਹੈ ਬਿਲਕੁਲ ਫੇਸ ਕਲੀਅਰ ਅਤੇ ਸਪਸ਼ਟ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਵੇ, ਪਰੰਤੂ ਕਿਸੇ ਵੇਲੇ ਵੀ ਕੁਛ ਵੀ ਹੋ ਸਕਦਾ ਹੈ। ਆਓ ਪੱਟੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਪੱਟੀ ਸਾਹਿਬ, ਇੱਕ ਆਸ਼ਿਕ ਪਤਾ ਲੱਗਦਾ ਹੈ ਕਿ ਮਸ਼ੂਕ ਨੂੰ ਮਿਲਣਾ ਆ ਅਤੇ ਪਿਓ ਨੇ ਕਹਾਣੀ ਬਣਾਈ ਕੁਝ ਹੋਰ। ਗ੍ਰੰਥੀ ਸੀ ਪਿਓ, ਉਹਨੇ ਬੇਅਦਬੀ ਦਾ ਰੌਲਾ ਪਾ ਤਾ। ਬੇਅਦਬੀ ਹੁਣ ਵੇਖੋ ਬੇਅਦਬੀ ਨੂੰ ਵੀ ਕਿੱਥੇ ਲੈ ਜਾਂਦੇ ਨੇ। ਗ੍ਰੰਥੀ ਪਿਓ ਉਹਨੇ ਆਸਰਾ ਵੇਖੋ ਕੀ ਲਿਆ, ਕਿੱਡਾ ਘਟੀਆ ਕੰਮ ਕੀਤਾ ਹੈ। ਸੱਚਾਈ ਸਾਹਮਣੇ ਆਉਣ ਤੇ ਪੁਲਿਸ ਨੇ ਗ੍ਰੰਥੀ ਸਮੇਤ ਕੀਤਾ ਕ੍ਰਾਸ ਦਰਜਾ ਪਰਚਾ ਦਰਜ। ਹਾਂਜੀ ਬਿਲਕੁਲ ਜੀ। ਗ੍ਰੰਥੀ ਦੀਆਂ ਦੋ ਬੇਟੀਆਂ ਸੀ, ਰਮਨਦੀਪ ਕੌਰ ਤੇ ਕਿਰਨਦੀਪ ਕੌਰ। ਰਮਨਦੀਪ ਕੌਰ ਨਾਲ ਉਸ ਲੜਕੇ ਦੀ ਕੋਈ ਆਪਣੀ ਕੋਈ ਪਿਆਰ ਕਹਾਣੀ ਹੋਊਗੀ। ਉਹ ਲੜਕਾ ਜਦੋਂ ਗਿਆ ਰਾਤ ਨੂੰ ਉਹਦੇ ਪਿਓ ਨੇ ਫੜ ਕੇ ਤੇ ਉਹਨੂੰ ਬੰਨ ਦਿੱਤਾ, ਉਹਦੀਆਂ ਬਾਹਾਂ ਬੰਨ ਦਿੱਤੀਆਂ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਛੁੱਟ ਉਹਦੀ ਦੂਸਰੀ ਬੇਟੀ ਜਿਹੜੀ ਕਿਰਨਦੀਪ ਕੌਰ, ਉਹਨੇ ਸਪੀਕਰ ਤੇ ਅਨਾਉਂਸ ਕਰ ਦਿੱਤਾ ਕਿ ਵੇਖੋ ਇਹ ਕਿੱਥੇ ਅਸੀਂ ਫੜਿਆ ਵਾ ਜਿਹੜਾ ਬੰਦਾ ਗੁਰੂ ਦੀ ਬੇਅਦਬੀ ਕਰਨ ਵਾਸਤੇ। ਜੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਗਏ, ਪੁਲਿਸ ਬੁਲਾ ਲਈ ਗਈ। ਜਦੋਂ ਜਾਂਚ ਪੜਤਾਲ ਕੀਤੀ ਉਹ ਕਹਿੰਦਾ ਜੀ ਮੈਂ ਬੇਅਦਬੀ ਕਰਨ ਵਾਸਤੇ ਨਹੀਂ ਕਿਹਾ। ਉਹਨੇ ਸੱਚਾਈ ਦੱਸ ਦਿੱਤੀ ਕਿ ਕਹਾਣੀ ਇਹ ਹੈਗੀ ਤੇ ਪੁਲਿਸ ਨੂੰ ਸ਼ੱਕ ਪਿਆ ਵੀ ਕਿਤਨੇ ਕਿਤੇ ਵੀ ਗੜਬੜ ਹੈਗੀ। ਉਹ ਗੜਬੜ ਨੂੰ ਲੈ ਕੇ ਮੁੜ ਕੇ ਜਿਹੜੇ ਉਹਨਾਂ ਨੇ ਲੇਡੀ ਜਿਹੜੀ ਅਧਿਕਾਰੀ ਪੁਲਿਸ ਅਧਿਕਾਰੀ ਉਹਨੂੰ ਕਿਹਾ ਤੂੰ ਜਾਂਚ ਕਰੋ। ਜੇ ਸਖਤੀ ਨੂੰ ਪੁੱਛਿਆ ਤੂੰ ਜਿਹੜੀ ਲੜਕੀ ਸੀ ਉਹਨੇ ਸਭ ਕੁਝ ਦੱਸਿਆ ਸੀ ਕਹਾਣੀ ਇਹ ਹੈਗੀ ਸੀ, ਮੈਂ ਬੁਲਾਇਆ ਸੀ। ਜੇ ਉਸਨੇ ਬੁਲਾਇਆ ਤੇ ਇਹਦਾ ਮਤਲਬ ਵੀ ਕਿਤੇ ਕਿਤੇ ਕਹਾਣੀ ਕੁਝ ਹੋ। ਫਿਰ ਪਿੰਡ ਵਾਲਿਆਂ ਨੇ ਇਤਰਾਜ਼ ਕੀਤਾ ਵੀ ਭਾਈ ਤੂੰ ਝੂਠ ਕਿਉਂ ਬੋਲਿਆ, ਬੇਅਦਬੀ ਕਾਂਡ ਕਰਨਾ ਬੇਅਦਬੀ ਬੜੀ ਵੱਡੀ ਗੱਲ, ਕਿੱਡਾ ਵੱਡਾ ਮਤਲਬ ਕਿੱਡਾ ਵੱਡਾ ਦੋਸ਼ ਲਾਇਆ। ਉਹਦੇ ਵਿੱਚ ਫਿਰ ਮੁੰਡੇ ਦੇ ਵਿੱਚ ਉਹਨਾਂ ਤੇ ਵੀ ਕ੍ਰਾਸ ਪਰਸਨ ਦਾ ਜ਼ਿਕਰ ਦਿੱਤਾ ਗਿਆ। ਮੁੰਡੇ ਤੇ ਧਾਰਾ 452 ਲਗਾ ਦਿੱਤੀ ਗਈ ਵੀ ਭਾਈ ਤੂੰ ਜਿਹੜੀ ਆ ਉਹ ਕੀ ਕਹਿੰਦੇ ਹੁੰਦੇ ਆ ਵੀ ਐਂਟਰੈਂਸ ਕਰਨਾ ਕਿਸੇ ਘਰ ਦੇ ਨਾਲ ਬਿਨਾਂ ਪੁੱਛ ਪੜਤਾਲ। ਤੇ ਦੂਜਿਆਂ ਤੇ ਫਿਰ 295 ਵੀ ਲਾਈ, ਹੋਰ ਧਰਾਵਾਂ ਲਾਈਆਂ। ਉਹ ਧਰਾਵਾਂ ਲਾ ਕੇ ਸਾਰਾ ਟੱਬਰ ਹੀ ਫਿਰ ਅੰਦਰ ਦੇ ਦਿੱਤਾ ਭਾਈ ਆਜੋ ਇੱਧਰ ਤੁਸੀਂ ਮਿਲ ਕੇ ਸਾਜ਼ਿਸ਼ ਰਚੀ ਇਸ ਬੰਦੇ ਨੂੰ, ਸ਼ਰੀਫ ਬੰਦੇ ਨੂੰ ਬਦਨਾਮ ਕਰਨ। ਗ੍ਰੰਥੀ ਸਿੰਘ ਨੂੰ ਗ੍ਰੰਥੀ ਤੇ ਧਾਰਾ 295 ਲੱਗੀ ਆ। ਬਿਲਕੁਲ 295 ਚੰਗੀ ਗੱਲ ਹੋਈ, ਲੱਗਣੀ ਵੀ ਚਾਹੀਦੀ ਸੀ। ਇਹੋ ਜਿਹੇ ਜਿਹੜੇ ਨੇ ਘਟੀਆ ਕਿਸਮ ਦੇ ਗੁਰੂ ਮਹਾਰਾਜ ਦੇ ਜਿਹੜੇ ਨੇ ਨਾ ਉਹ ਹੋਣੇ ਹੀ ਨਹੀਂ ਚਾਹੀਦੇ ਗ੍ਰੰਥੀ। ਇਹਨੂੰ ਕਿੱਥੋਂ ਗੁਰੂ ਘਰ ਦਾ ਤੁਸੀਂ ਕਹਿ ਲੋਗੇ ਕਿ ਵਜ਼ੀਰ ਹੈ। ਜੀ 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 ਹਾਂਜੀ, ਕਿੱਡਾ ਵੱਡਾ ਮਾਮਲਾ ਆ। ਆਮ ਤੌਰ ਤੇ ਮੁੰਡੇ ਸਰਦਾਰਾਂ ਦੇ ਵਾਲ ਕਟਾ ਕੇ ਤੇ ਮੁੜ ਕੇ ਕਹਿ ਦਿੰਦੇ ਨਹੀਂ ਸਾਡੇ ਵਾਲ ਕੱਟ ਦਿੱਤੇ ਤੇ ਉਹ ਮਸਲਾ ਖੜਾ ਹੋ ਜਾਂਦਾ। ਹਾਂਜੀ ਬਿਲਕੁਲ ਜੀ। ਅੱਜ ਕੱਲ ਜਿਹੜੇ ਨਾਈ ਨੇ ਉਹ ਵਾਲ ਕੱਟਦੇ ਨੇ, ਉਹ ਕਹਿੰਦੇ ਤੁਹਾਨੂੰ ਚੂੜਾ ਕੱਟ ਕੇ ਆ ਜਾਓ ਤੇ ਫਿਰ ਸਾਡੇ ਕੋਲ ਆਓ, ਫਿਰ ਕੱਟ ਦੇਂਗੇ ਅਸੀਂ ਕੱਟ ਦਿੱਤੇ। ਕੱਲ ਨੂੰ ਤੁਸੀਂ ਫਿਰ ਕਹਿਣਾ ਵੀ ਮੇਰੇ ਵਾਲ ਤਾਂ ਕੱਟਤੇ ਜੀ, ਮੈਂ ਤੇ ਕਿਹਾ ਹੀ ਨਹੀਂ ਸੀ, ਮੇਰੇ ਜਬਰੀ ਵਾਲ ਕੱਟੇ, ਅਸੀਂ ਇਹ ਪੰਗੇ ਚ ਨਹੀਂ ਪੈਂਦੇ। ਬਿਲਕੁਲ 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 ਬਿਲਕੁਲ। ਸੋ ਕਿੱਡਾ ਵੱਡਾ ਘਟੀਆ ਕੰਮ ਕੀਤਾ ਇਹਨੇ ਕਿ ਮਤਲਬ ਇੱਕ ਬੇਅਦਬੀ ਦਾ ਮਾਮਲਾ ਬਣਾ ਦੋ ਤੇ ਚੱਲ ਮੇਰੇ ਭਾਈ। ਹਾਂਜੀ, ਪਰ ਸੱਚਾਈ ਸਾਹਮਣੇ ਆ ਗਈ। ਲਾਂਤੀ ਲੋਕ ਤੇਰੀ ਬੇਟੀ ਨੇ ਗਲਤੀ ਤੇ ਕੀਤੀ ਹੈ, ਕਿਸੇ ਦੀ ਕੋਈ ਗੱਲਬਾਤ ਹੈ ਤਾਂ ਤੂੰ ਉਸ ਤਰੀਕੇ ਨਾਲ ਨਜਿੱਠੋ।
ਜਿਹੜੀ ਤੂੰ ਇਹ ਇਲਜ਼ਾਮ ਲਾਉਂਦਾ, ਇਹ ਇਲਜ਼ਾਮ ਬੜਾ ਸੰਗੀਨ ਇਲਜ਼ਾਮ ਹੈ। ਫਿਰ ਕੱਲ ਨੂੰ ਹੋਰ ਵੀ ਇਹੋ ਜਿਹੇ ਇਲਜ਼ਾਮ ਲੱਗਣਗੇ, ਇਹੋ ਜਿਹੇ ਲੋਕ ਵੱਜੇ ਕਿਹੜਾ ਕੱਢਣਗੇ ਆਪਣੇ। ਵੈਸੇ ਅੱਗੇ ਵੇਖੋ ਜਿਹੜੇ 498 ਇਹ ਆ, ਉਹਦੇ ਵਿੱਚ ਲੋਕੀ ਕਿੰਨੀਆਂ ਕਿਹੜਾ ਕੱਢਦੇ ਆ। ਜਿਹੜਾ ਦਲਿਤ ਦਾ ਕੇਸ ਹੈ, ਦਲਿਤ ਦੇ ਵਿੱਚ ਤੁਸੀਂ ਕਹੋ, ਉਹਦੇ ਵਿੱਚ ਵੀ ਦਲਿਤ ਆਉਂਦੇ ਮੈਨੂੰ ਇਹਨੇ ਫਲਾਣੀ ਗੱਲ ਕਹੀ ਹੈ ਜੀ, ਉੱਥੇ ਪਰਚਾ ਦਰਜ ਕਰਾ ਦਿਓ ਜੀ। ਕਿੰਨੀਆਂ ਕਿਹੜਾ ਕਰਦੇ ਲੋਕ। ਇਸ ਕਰਕੇ ਉਹ ਚੰਗਾ ਕੀਤਾ ਪੁਲਿਸ ਨੇ ਜਾਂਚ ਕੀਤੀ ਤੇ ਪਿੰਡ ਵਾਲਾ ਜਾਂਚ ਕੀਤੀ ਕਿ ਗੁਰਸਿੱਖ ਪਰਿਵਾਰ ਹੈ, ਇਹ ਬੰਦਾ ਹੈ, ਬੱਚਾ ਇਹੋ ਜਿਹੀ ਗਲਤੀ ਨਹੀਂ ਕਰ ਸਕਦਾ। ਪੁਲਿਸ ਨੂੰ ਕਿਹਾ ਤੁਸੀਂ ਜਾਂਚ ਕਰੋ ਜੀ। ਚਲੋ ਜਾਂਚ ਕੀਤੀ ਤੇ ਸਜ਼ਾ। ਮਾਂ ਬਾਪ ਚੰਗੇ ਨਿਕਲੇ, ਮਾਂ ਬਾਪ ਨੂੰ ਮਾੜਾ ਮੋਟਾ ਕਿਸੇ ਦੋਸਤ ਮਿੱਤਰ ਨੇ ਦੱਸਤਾ ਹੋਊ, ਕਨਸੂਹ ਦਿੱਤਾ ਹੋਣਾ ਕਿ ਇਹਦਾ ਲੜਕੀ ਦੇ ਨਾਲ ਹੈਗਾ ਜੀ ਪਿਆਰ ਮੁਹੱਬਤ ਜਾਂ ਕੁਛ ਵੀ ਕਹਿ ਲਓ ਨਾ। ਉਹਨਾਂ ਨੇ ਫਿਰ ਇਹ ਕਹਾਣੀ ਬਣਾਈ ਹੈ ਕਿ ਤੁਸੀਂ ਆਪਣੀ ਇਹਦੀ ਜਾਂਚ ਕਰੋ। ਲੜਕੀ ਵੀ ਚੰਗੀ ਨਿਕਲੀ ਹੈ ਜੀ, ਉਹਨੇ ਮੰਨ ਲਿਆ ਵੀ ਠੀਕ ਹੈ ਕਿ ਮੇਰਾ ਇਹਦੇ ਨਾਲ ਰਿਲੇਸ਼ਨ ਹੈ, ਤੇ ਚਾਹੀਦਾ ਤੇ ਸੀਗਾ ਵੀ ਉਹਦੀ ਸ਼ਾਦੀ ਕਰਾ ਦੇਣ ਆਰਾਮ ਨਾਲ, ਵੀ ਤੁਰੇ ਫਿਰੋ, ਚਲੋ ਐਸ਼ ਕਰੋ। ਮੇਰੇ ਨਾਲ ਕਾਲਰ ਨੇ, ਵੈਲਕਮ ਜੀ ਆਇਆਂ ਨੂੰ ਜੀ। ਹੈਲੋ ਹੈਲੋ ਭਾਈ, ਸਤਿ ਸ੍ਰੀ ਅਕਾਲ। ਭਾਈ ਭੱਟੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤਾਂ ਕਿੱਦਾਂ ਆਪਣੇ ਕਹਿੰਦੇ ਖਹਿਰਾ ਸਾਹਿਬ ਅਫੀਸ਼ਲੀ ਐਂਟਰ ਹੋ ਗਿਆ, ਕੋਈ ਉਹਨਾਂ ਦਾ ਬਿਆਨ ਨਹੀਂ, ਕੋਈ ਉਹਨਾਂ ਬਾਰੇ ਗੱਲ ਨਹੀਂ ਹੈਗੀ, ਉਹਦੇ ਬਾਰੇ ਦੱਸਿਓ ਭਾਜੀ। ਸਤਿ ਸ੍ਰੀ ਅਕਾਲ। ਕਿੱਥੇ ਐਂਟਰ ਹੋ ਗਏ ਭੈਣ ਜੀ? ਇਹ ਕਾਂਗਰਸ ਬਿਆਨ ਦੋ ਵੀ ਬਿਆਨ ਜੋ ਕਿ ਰਹਿ ਨਹੀਂ ਕਰਨ ਕਰੇ ਕੀ ਹੁਣ ਕੀ ਬਿਆਨ ਦੇਣਾ, ਤੁਸੀਂ ਆਪ ਸਿਆਣੇ ਹੋ। ਨਹੀਂ ਉਹ ਐਂਟਰ ਹੋ ਗਿਆ ਕਿ ਕੀ ਆ ਉਹਨਾਂ ਦਾ? ਪਹਿਲੇ ਬਿਆਨ ਦਿੱਤੇ ਉਹੀ 95 ਦੀ ਬਹਾਦਰੀ ਉਹਨਾਂ ਦੀ ਹੈਗੀ ਹੈ ਜੀ। ਤੁਹਾਡੀ ਗੱਲ ਠੀਕ ਹੈ, ਉਹ ਕਾਂਗਰਸ ਸ਼ਾਮਲ ਹੋ ਚੁੱਕੇ ਨੇ ਤੇ ਬਿਆਨ ਕੀ ਦੇਣ ਹੁਣ? ਨਹੀਂ ਮੇਰਾ ਮਤਲਬ ਕਾਂਗਰਸ ਨੂੰ 5 ਸਾਲ ਗਾਲਾਂ ਕੱਢਦੇ ਰਹੇ ਨੇ, ਬੜੀਆਂ ਮੋਟੀਆਂ ਮੋਟੀਆਂ ਗਾਲਾਂ ਕੱਢਦੇ ਰਹੇ ਨੇ। ਹੁਣ ਇਮੀਡੀਏਟਲੀ ਕੀ ਬਿਆਨ ਦੇਣਗੇ? ਇਹ ਜ਼ਰੂਰ ਆ ਕਿ ਇਸ ਤੋਂ ਪਹਿਲਾਂ ਚਾਵਲਾ ਸਾਹਿਬ ਇਹਨਾਂ ਦੀ ਸਕੀਮ ਇਹ ਸੀ, ਤਿੰਨੇ ਇਹ ਤਿਰਮਲ ਸਿੰਘ, ਜਗਦੇਵ ਸਿੰਘ ਕਮਾਲੂ, ਖਹਿਰਾ, ਬੈਂਸ, ਜਿਹੜਾ ਹੈਗਾ ਆਪਣਾ ਉਹ ਪਟਿਆਲੇ ਵਾਲਾ ਗਾਂਧੀ, ਇਹ ਸਾਰੇ ਇਕੱਠੇ ਸੀ। ਇਹਨਾਂ ਸਾਰਿਆਂ ਦੀ ਟੀਮ ਲੈ ਕੇ ਜਾਣੀ ਸੀ ਸਿੱਧੂ ਨੇ ਦਿੱਲੀ ਦੇ ਵਿੱਚ, ਤੇ ਵਾਇਆ ਦਿੱਲੀ ਸਾਰਿਆਂ ਨੇ ਕਾਂਗਰਸ ਜੁਆਇਨ ਕਰਨੀ ਸੀ। ਉਹ ਮੁੜ ਕੇ ਜਿਹੜਾ ਸੀ ਕੈਪਟਨ ਨੂੰ ਪਤਾ ਲੱਗ ਗਿਆ, ਤੇ ਉਹਨੇ ਕਿਹਾ ਨਹੀਂ ਤੁਸੀਂ ਇੱਧਰ ਆਓ, ਮੇਰੇ ਤੋਂ ਇੱਛਾ ਤੋਂ ਜੁਆਇਨ ਕਰਾਉਣੀ, ਤੇ ਇਹਦੀ ਮਜਬੂਰੀ ਸੀ। ਜੇ ਕੈਪਟਨ ਨਾਲ ਵਿਗਾੜ ਲੈਂਦਾ ਤੇ ਫਿਰ ਉਹਦੀ ਜਿਹੜੀ ਮੈਂਬਰਸ਼ਿਪ ਸੀ ਅੱਜ ਨੂੰ ਖਾਰਜ ਹੋਈ ਹੋਣੀ ਸੀ। ਉਹਦੀ ਮੈਂਬਰਸ਼ਿਪ ਬਚੀ ਅੱਜ ਦੀ ਤੱਕ ਜਿਹੜੀ ਕੈਪਟਨ ਕਰਕੇ ਆ। ਇਸ ਕਰਕੇ ਉਹਨੇ ਕਿਹਾ ਚਲੋ ਠੀਕ ਹੈ ਜੀ, ਤੁਹਾਡੇ ਤੋਂ ਜੁਆਇਨ ਕਰ ਦੇਣ। ਲੇਕਿਨ ਬੇਸਿਕਲੀ ਇਹ ਵੱਡਾ ਸੀ, ਕੋਈ ਕਰੀਬ 1 ਦਰਜਨ ਦੇ ਕਰੀਬ ਆਗੂ ਸ਼ਾਮਲ ਹੋਣੇ ਸੀ ਕਾਂਗਰਸ ਦੇ ਥਰੂ। ਆਉਣ ਵਾਲੇ ਸਮੇਂ ਚ ਆ ਜਾਣਗੇ। ਚਲੋ ਮਿਹਰਬਾਨੀ ਜੀ। ਸੁਖਬੀਰ ਬਾਦਲ ਪਟਾਰੀ ਖੋਲ ਕੇ ਬੈਠੇ ਨੇ। ਪਹਿਲਾਂ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ, ਚਲੋ ਅਸੀਂ ਤਾਂ ਕਿਸੇ ਦਾ ਕੋਈ ਪੱਖ ਨਹੀਂ ਪੂਰਦੇ, ਉਹਨਾਂ ਨੇ ਬਿਜਲੀ ਫ੍ਰੀ ਦੇਣ ਦੀ ਗੱਲ ਕੀਤੀ ਤੇ ਬੜੇ ਇਹਨਾਂ ਨੇ ਫਨੀਅਰ ਨਾਗਾਂ ਵਾਂਗੂ ਫਨ ਖਿਲਾਰੇ। ਹੁਣ 400 ਬਿਜਲੀ ਦੇ ਯੂਨਿਟ ਦਿੱਤੇ ਜਾਣਗੇ ਫ੍ਰੀ, ਇਹ ਪਟਾਰੀ ਦੇ ਵਿੱਚੋਂ ਕੱਢਿਆ ਸੱਪ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਇੱਕ ਲੋਕਾਂ ਨੇ ਨਾ ਹਸੌਣੀ ਬਣਾਈ ਹੈ, ਹਸੌਣੀ ਇਹ ਬਣਾਈ ਕਿ ਕੋਈ ਬੰਦਾ ਚਲੇ ਗਿਆ ਧਰਮਰਾਜ ਦੇ ਦਰਬਾਰ ਦੇ ਵਿੱਚ, ਉੱਥੇ ਇੱਕ ਘੰਟੀ ਵੱਜਦੀ ਸੀ ਬਾਰ-ਬਾਰ। ਉਹ ਪੁੱਛਦਾ ਵੀ ਇਹ ਘੰਟੀ ਬਾਰ-ਬਾਰ ਕਿਉਂ ਵੱਜਦੀ ਆ? ਉਹ ਕਹਿੰਦਾ ਜੀ ਇਹ ਜਦੋਂ ਥੱਲੇ ਕਿ ਝੂਠ ਬੋਲਦਾ ਤਾਂ ਉਹ ਘੰਟੇ ਵੱਜਦੀ। ਤਾਂ ਅਚਾਨਕ ਜਿਹੜੀ ਘੰਟੀ ਲਗਾਤਾਰ ਵੱਜਣੀ ਸ਼ੁਰੂ ਹੋ ਗਈ। ਤੂੰ ਕਹਿੰਦਾ ਹੁਣ ਕੀ ਹੋਇਆ? ਕਹਿੰਦੇ ਸੁਖਬੀਰ ਬਾਦਲ ਸਾਡੇ ਭਾਸ਼ਣ ਦੇ ਰਹੇ ਨੇ। ਮਤਲਬ ਲੋਕਾਂ ਨੇ ਇੱਕ ਹਸੌਣੀ ਬਣਾਈ, ਤੇ ਹਸੌਣੀ ਠੀਕ ਆ। 13 ਤੁਸੀਂ ਵਾਅਦੇ ਕੀਤੇ ਤੇ ਅਸੀਂ ਵੇਖੋ 2000 ਰੁਪਇਆ ਘਰ ਦੀ ਇੱਕ ਸਵਾਣੀ ਜਿਹੜੀ ਉਹਨੂੰ ਮਹੀਨਾ ਦਿਆਂ, 400 ਯੂਨਿਟ ਤੁਹਾਨੂੰ ਅਸੀਂ ਦਿਆਂਗੇ। ਜਿਹੜੀਆਂ ਦੁੱਧ ਸਬਜ਼ੀਆਂ ਫਲ ਉਹਨਾਂ ਤੇ ਤੁਹਾਨੂੰ ਅਸੀਂ ਜਿਹੜੀ ਆ ਉਹ ਜਿਹੜੀ ਆ ਤਿੰਨ ਜਿਹੜੇ ਖੇਤੀ ਕਾਨੂੰਨ ਵਾਂਗ ਜਿਹੜੀ ਇਹਨਾਂ ਤੇ MSP ਦਿਆਂਗੇ। 1 ਲੱਖ ਸਰਕਾਰੀ ਨੌਕਰੀਆਂ ਦਿਆਂਗੇ, ਨਿੱਜੀ ਖੇਤਰ 10 ਲੱਖ ਨੌਕਰੀਆਂ ਦਿਆਂਗੇ, ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲ੍ਹਿਆ ਜਾਏਗਾ। ਇਸ ਤਰ੍ਹਾਂ ਕਰਕੇ ਹੋਰ ਵੀ ਜਿਹੜੀ ਇਹਨਾਂ ਗੱਲ ਕੀਤੀ ਵੀ ਜਿਹੜੀ ਆ ਸਰਕਾਰੀ ਨੌਕਰੀ ਦੀ ਔਰਤਾਂ ਨੂੰ 50% ਦੀ ਰਿਜ਼ਰਵੇਸ਼ਨ ਦੇ ਦਿੱਤੀ ਹੋਗੀ। ਚੰਗੀ ਗੱਲ। ਲੇਕਿਨ ਇਹ ਨਹੀਂ ਦੱਸਿਆ ਵੀ ਇਹ ਜਿਹੜਾ ਖਰਚਾ ਜੇ ਕਰਨਾ ਤੇ ਪੈਸੇ ਕਿੱਥੋਂ ਹੋਣਗੇ। ਸਵਾਲ ਤੇ ਪੈਦਾ ਹੁੰਦਾ ਵੀ ਪੈਸੇ ਕਿੱਥੋਂ ਹੋਣਗੇ, ਦੱਸੋ ਕਿਸੇ ਨੂੰ। ਜਿਵੇਂ ਸਿੱਧੂ ਨੇ ਇੰਨੀ ਗੱਲ ਕਹੀ ਸੀਗੀ ਕਿ ਅਸੀਂ ਆਹ ਕੰਮ ਕਰਾਂਗੇ, ਸਾਨੂੰ ਪੈਸੇ ਇੱਥੋਂ ਆ ਜਾਣੇ। ਉਹਨਾਂ ਕਿਹਾ ਸੀ ਕਾਰਪੋਰੇਸ਼ਨ ਬਣਾ ਲਓ,
ਵਾਈਨ ਦੀ ਕਾਰਪੋਰੇਸ਼ਨ ਬਣਾ ਲਓ, ਲੈਂਡ ਸੈਂਡ ਦੀ ਕਾਰਪੋਰੇਸ਼ਨ ਬਣਾ ਲਓ, ਉਹਦੇ ਉੱਤੇ ਜੇ ਅਸੀਂ 5000 ਕਮਾਉਂਦੇ ਅਸੀਂ 30,000 ਕਮਾਵਾਂਗੇ। ਸਾਡੇ ਕੋਲ ਐਗਜ਼ਾਮਪਲ ਹੈ, ਤਲਾਂਗਨਾ ਦੀ ਐਗਜ਼ਾਮਪਲ ਆ, ਸਾਡੇ ਕੋਲ ਆਂਧਰਾ ਪ੍ਰਦੇਸ਼ ਦੀ ਐਗਜ਼ਾਮਪਲ ਹੈਗੀ ਹੈ, ਉੱਥੇ ਚੱਲਦਾ ਹੈ ਸਭ ਕੁਝ। ਹੁਣ ਸੁਖਬੀਰ ਸਿੰਘ ਬਾਦਲ ਨੇ ਇੰਨੀਆਂ ਛੋਟਾਂ ਨੇ ਦੇਤੀਆਂ, ਲੇਕਿਨ ਇਹ ਜੇ ਦੱਸਿਆ ਵੀ ਜੇ ਸੂਬੇ ਤੇ ਪਹਿਲੇ 3 ਲੱਖ ਕਰੋੜ ਜਿਹੜਾ ਕਰਜ਼ਾ ਵਾ, ਉਹਦੇ ਵਾਸਤੇ ਪੈਸੇ ਕਿੱਥੋਂ ਹੋਣ, ਕਿੱਥੋਂ ਇਹ ਖਰਚਾ ਕਰੋਗੇ ਤੁਸੀਂ, ਕਿਹੜੀ ਖਾਂ ਖੋਲੋਗੇ ਤੁਸੀਂ, ਦੱਸ ਦਿਓ। ਜੇ ਆਪਣੀ ਜੇਬ ਚ ਕਰੋਗੇ ਬੜੇ ਪੈਸੇ ਕਮਾ ਲਏ, ਅਸੀਂ ਆਪਣੀ ਜੇਬ ਚ ਕਰਦੇ ਹਾਂ। ਇਸ ਕਰਕੇ ਇਹ ਵਾਕਿਆ ਫੋਕੇ ਵਾਅਦੇ। ਜੇ ਸਰਕਾਰ ਨੇ ਕਿਹਾ, ਆਪਣੇ ਕੈਪਟਨ ਨੇ ਕਿਹਾ 200 ਜੂਨ ਦੇਵਾਂਗੇ, ਔਰ ਕੇਜਰੀਵਾਲ ਨੇ ਕਹਿਤਾ 300 ਜੂਨ ਦੇਵਾਂਗੇ, ਤੁਸੀਂ ਕਿਹਾ 400 ਯੂਨਿਟ ਦੇਵਾਂਗੇ, ਤੇ ਮੇਰੇ ਖਿਆਲ ਕੇਜਰੀਵਾਲ ਦੂਸਰੀ ਵੀ ਰਹੇ ਤੇ ਉਹਨੇ 800 ਯੂਨਿਟ ਕਹਿ ਦੇਣਾ, ਤੇ ਫਿਰ ਕਿੱਧਰ ਨੂੰ ਜਾਓਗੇ? ਲੱਗਦਾ ਇਸ ਦੀ ਗੇਮ 1000 ਯੂਨਿਟ ਚਲੀ। ਲੋਕਾਂ ਤੇ ਬਿਜਲੀ ਫ੍ਰੀ ਤੇ ਸਰਕਾਰ ਨੂੰ ਹੱਥੋਂ ਪੈਸੇ ਦੇਣੇ ਪੈਣੇ। ਮੈਂ ਜੇ ਕੋਈ 1000 ਰੁਪਏ ਯੂਨਿਟ ਫ੍ਰੀ ਮੈਂ 500 ਰੁਪਏ। ਉਹ ਇਹਨਾਂ ਨੇ ਕਹਿਣਾ ਅਸੀਂ ਘਰੇ ਆ ਕੇ ਤੁਹਾਨੂੰ ਰੋਟੀਆਂ ਵੀ ਖਵਾਵਾਂਗੇ, ਤੁਹਾਡੇ ਕੱਪੜੇ ਵੀ ਧੋ ਕੇ ਜਾਇਆ ਕਰਾਂਗੇ, ਭਾਂਡੇ ਮਾਂਜਣ ਵਾਸਤੇ ਬੀਬੀ ਵੱਖਰੀ, ਸੁੰਬਰਨ ਵਾਸਤੇ ਵੱਖਰੀ, ਅਤੇ ਹਾਂ ਆਉਣ ਜਾਣ ਵਾਸਤੇ ਗੱਡੀਆਂ ਸੁੱਖ ਸਹੂਲਤਾਂ ਵੀ ਦੇ ਦੇਵਾਂਗੇ, ਸਾਨੂੰ ਵੋਟ ਪਾ ਦਿਓ, ਵੋਟ ਪਾ ਦਿਓ, ਸਾਨੂੰ ਵੋਟ ਪਾ ਦਿਓ, ਸਾਨੂੰ ਵੋਟ ਪਾ ਦਿਓ, ਅਸੀਂ ਸਭ ਕੁਝ ਕਰਾਂਗੇ। ਉਦੋਂ ਬਾਅਦ ਕਰਨਾ ਕਰਾਉਣਾ ਕੀ ਆ ਉਹ ਤੁਹਾਨੂੰ ਵੀ ਪਤਾ। ਤੇ ਵੈਸੇ ਅੜੀ ਤੇ ਆ ਜਾਂਦਾ ਤੇ ਪਾਣੀ ਦੇ ਵਿੱਚ ਬੱਸਾਂ ਚਲਾ ਹੀ ਜਾਂਦਾ ਸੁਖਬੀਰ ਬਾਦਲ। ਚਲੋ ਪਾਣੀ ਦੇ ਵਿੱਚ ਤੁਸੀਂ ਬੱਸਾਂ ਚਲਾਤੀਆਂ, ਲੇਕਿਨ 2 ਦਿਨ ਬੱਸ ਚਲਾਈ, ਉਹ ਭੁਲਕਾ ਅੱਜ ਪਤਾ ਨਹੀਂ ਕਿੱਥੇ ਕਿੱਥੇ ਦੀ ਹੈਗਾ। 8 ਕਰੋੜ ਰੁਪਇਆ ਤੁਸੀਂ ਖਰਚ ਕਰ ਦਿੱਤਾ ਗੁਰੂ ਦੀ ਪੰਜਾਬ ਦੀ ਗੋਲਕ ਦਾ, ਕਿੱਥੇ ਭੁਲਕਾ ਦੱਸ ਦਿਓ। ਚਲੋ ਕਿੱਥੇ ਹੋ? ਵਿਜੀਲੈਂਸ ਦੀ ਟੀਮ ਨੇ ਸੈਣੀ ਦੀ ਗ੍ਰਿਫਤਾਰੀ ਲਈ 4 ਰਾਜਾਂ ਵਿੱਚ ਕਹਿੰਦੇ ਵਿਖਾਵਾ ਜਿਹਾ ਕੀਤਾ। ਬਿਲਕੁਲ ਬਿਲਕੁਲ ਜੀ, ਜਿਹੜੀ ਵਿਜੀਲੈਂਸ ਦੀ ਟੀਮ ਸੀ ਉਹ 4 ਰਾਜਾਂ ਜਿਹੜੇ ਉਹਨਾਂ ਸੀ ਰੇਡ ਕੀਤੇ ਨੇ। ਰੇਡ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਕੋਸ਼ਿਸ਼ ਕੀਤੀ ਹੈ ਫੜਨ ਦੀ। 8 ਟੀਮਾਂ ਬਣਾਈਆਂ ਸੀਗੀਆਂ ਤੇ ਉਹਦੇ ਕਹਿੰਦੇ ਸੀ 6.40 ਕਰੋੜ 6 ਕਰੋੜ 40 ਲੱਖ ਰੁਪਇਆ ਕੋਠੀ ਦਾ ਦਿੱਤਾ, ਤੇ ਇਹ ਕਹਿੰਦਾ ਜੀ ਮੈਂ 2 ਲੱਖ 2.5 ਲੱਖ ਰੁਪਏ ਕਿਰਾਏ ਤੇ ਰਹਿਣਾ। ਉਹ ਸਾਰੀ ਜਾਇਦਾਦ ਦੀ ਇਨਕੁਆਇਰੀ ਹੋ ਰਹੀ ਸੀਗੀ, ਤੇ ਜੇ ਹੁਣ ਸਿੱਧੂ ਉਹਦੀ ਰੇਡ ਕੀਤੇ ਕਿ ਫੜਿਆ ਕੋਈ ਨਹੀਂ ਗਿਆ। ਗੱਲ ਤੇ ਸਿਰਫ ਇਹ ਆ ਵੀ ਇੱਕ ਚਰਚਾ ਬਣਾਉਣੀ ਸੀ, ਲੋਕਾਂ ਦਾ ਧਿਆਨ ਹੋਣਾ ਵੀ ਸਰਕਾਰ ਕੁਛ ਕਰ ਰਹੀ ਹੈ। ਅਗਲੇ ਦੇ ਹੱਥ ਵੀ ਬੜੇ ਲੰਮੇ ਆ। ਇੱਕ ਪਾਸੇ ਤੇ ਇਹ ਵਿਜੀਲੈਂਸ ਰੇਡ ਕਰਨ ਵਾਸਤੇ ਨੂੰ ਫੜ ਰਹੀ ਹੈ, ਦੂਜੇ ਪਾਸੇ ਕੋਟ ਕਪੂਰਾ ਕਾਂਡ ਦੇ ਵਿੱਚ ਉਹਨੂੰ ਪੱਕੀ ਜ਼ਮਾਨਤ ਮਿਲ ਗਈ ਹੈ, ਤੇ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਸਿੱਟ ਨੂੰ ਆਦੇਸ਼ ਦਿੱਤੇ ਆ ਕਿ ਜੇ ਕਿਤੇ ਤੁਸੀਂ ਇਹਨੂੰ ਕੋਈ ਪੁੱਛ ਪੜਤਾਲ ਕਰਨੀ ਹੈ, 1 ਹਫ਼ਤਾ ਪਹਿਲਾਂ ਨੂੰ ਨੋਟਿਸ ਦਿਓਗੇ ਤੁਸੀਂ। ਇਹ ਆ ਸਾਡਾ ਹਾਲ। ਬਸ ਉਸ ਮਾਮਲੇ ਦੇ ਵਿੱਚ, ਦੂਜੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰਨ ਨਹੀਂ ਦੇਣੀ, ਉਸ ਮਾਮਲੇ ਦੇ ਵਿੱਚ ਉਹਨੂੰ ਜਿਹੜੀ ਆ ਰਾਹਤ ਮਿਲ ਗਈ। ਇਹਨੂੰ ਕਹਿੰਦੇ ਆ ਰਾਜਨੀਤੀ। ਚਲੋ ਜੀ ਜੀ ਜੀ, ਕੀ ਲੱਗਦਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਰਦਾਰ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਬੇਟੇ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਜਾਰੀ, ਲਗਾਤਾਰ ਬੜਾ ਕੁਝ ਹੋ ਰਿਹਾ, ਜਿਵੇਂ ਰਾਜੋਵਾਲ ਦੀ ਫੋਟੋ ਲੱਗ ਗਈ ਹੈ, ਮੁੱਖ ਮੰਤਰੀ ਵੇਖਣਾ ਚਾਹੋਗੇ। ਚੰਡੂਡੀ ਸਾਹਿਬ ਕਹਿੰਦੇ ਨੇ ਕਿ ਯੂਪੀ 'ਚ ਕਰਨਾ ਤੇ ਫਿਰ ਪੰਜਾਬ 'ਚ ਕਿਉਂ ਨਹੀਂ? ਹਾਂਜੀ, ਜਿੱਥੋਂ ਤੱਕ ਰਾਜੇਵਾਲ ਸਾਹਿਬ ਦੀ ਜਾਂ ਆਦੇਸ਼ ਪ੍ਰਤਾਪ ਕੈਰੋਂ ਦੀ ਗੱਲ ਆ ਜੀ, 2019 ਦੇ ਵਿੱਚ ਵੀ ਆਦੇਸ਼ ਪ੍ਰਤਾਪ ਕੈਰੋਂ ਨੇ ਤੁਹਾਨੂੰ ਪਤਾ ਇੱਕ ਡਰਾਮਾ ਜਿਹਾ ਕੀਤਾ ਸੀ। ਉਸ ਟਾਈਮ ਤੇ ਉਹਨੂੰ ਕਾਂਗਰਸ ਨੇ ਕਿਹਾ ਸੀ ਕਿ ਤੂੰ ਸਾਡੇ ਵਾਲੇ ਪਾਸੇ ਆ ਜਾ, ਤੈਨੂੰ ਅਸੀਂ MP ਦੀ ਇਲੈਕਸ਼ਨ ਲਾ ਦਿੰਦੇ ਆ ਤਰਨ ਤਾਰਨ। ਉਹ ਕਿਉਂ ਕਿਹਾ ਸੀ? ਇੱਕ ਤੇ ਉਹ ਉੱਥੇ 2 ਵਾਰੀ ਪਹਿਲਾਂ ਇਲੈਕਸ਼ਨ ਜਿੱਤ ਚੁੱਕਾ ਸੀ, ਤੇ ਤੀਸਰਾ ਉਹ ਮੁੱਖ ਮੰਤਰੀ ਦਾ ਸਾਬਕਾ ਮੁੱਖ ਮੰਤਰੀ ਦਾ ਜਵਾਈ ਤੇ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਸੀ। ਉਸ ਇਲਾਕੇ 'ਚ ਮਤਲਬ ਕਾਂਗਰਸ ਨੂੰ ਉਹ ਸੀਟ ਜਿੱਤਣ ਦੀ ਉਮੀਦ ਬਿਲਕੁਲ ਨਹੀਂ ਸੀ। ਉਹ ਜਿੱਤੇ ਕਿਉਂ? ਇੱਕ ਤੇ ਵੇਬ ਬਣ ਗਈ ਸੀ, ਦੂਜਾ ਬੀਬੀ ਜਗੀਰ ਕੌਰ ਦੀ ਅਨਾਉਂਸ ਬੜੀ ਦੇਰ ਬਾਅਦ ਹੋਈ, ਤੀਜਾ ਜਿਹੜੀ ਅਕਾਲੀ ਦਲ ਦੀ ਵੋਟ ਨੂੰ ਜਿਹੜਾ 1.25 ਲੱਖ ਹੋਰ ਲਾਇਆ ਸੀ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੇ ਲਾਇਆ ਸੀ, ਜਿਹਦੇ ਕਰਕੇ ਉਹ ਹਾਰ ਗਈ ਸੀ ਬੀਬੀ।
ਹੁਣ ਜੇ ਆਪਾਂ ਇਹਦੀ ਗੱਲ ਕਰ ਲਈਏ ਆਦੇਸ਼ ਪ੍ਰਤਾਪ ਕੈਰੋਂ ਦੀ, ਤੇ ਆਦੇਸ਼ ਪ੍ਰਤਾਪ ਕੈਰੋਂ ਜਾਂ ਤੇ ਆਪਣਾ ਵਜ਼ਨ ਵਧਾ ਰਿਹਾ ਕਿ ਮੇਰਾ ਵਜ਼ਨ ਵੱਧ ਜਾਵੇ, ਤੇ ਮੈਨੂੰ ਉਹ ਕਹਿਣ ਭਾਈ ਤੂੰ ਇੱਦਾਂ ਨਾ ਕਰ, ਜਿੱਦਾਂ ਅੱਗੇ 2019 ਚ ਕੀਤਾ ਸੀ, ਉਦੋਂ ਵੱਡੇ ਬਾਦਲ ਸਾਹਿਬ ਵੀ ਆ ਗਏ ਤੇ ਛੋਟੇ ਬਾਦਲ ਸਾਹਿਬ ਵੀ ਆ ਗਏ, ਤੂੰ ਨਾ ਕੇ ਸਮਝੌਤਾ ਕੀਤਾ ਸੀ ਕਿ ਆਪਣੇ ਘਰ ਚ ਪਾੜ ਪੈਂਦਾ, ਤੂੰ ਇੱਦਾਂ ਨਾ ਕਰ। ਇਸ ਵਾਰੀ ਵੀ ਉਹਨਾਂ ਨੇ ਪਹਿਲਾਂ ਇਹ ਕਹਿਤਾ ਵੀ ਖੇਮਕਰਨ ਹਲਕਾ ਸਾਡਾ ਜੱਦੀ ਹਲਕਾ ਵਾ, ਇੱਥੋਂ ਸਾਡੇ ਪਰਿਵਾਰ ਦਾ ਇੱਕ ਵਿਅਕਤੀ ਚੋਣ ਲੜੇਗਾ। ਤੇ ਵਿਰਸਾ ਸਿੰਘ ਵਲਟੋਆ ਜਿਹੜੇ ਸੀ ਅੱਗ ਬਬੂਲਾ ਹੋ ਗਏ ਤੇ ਸਿੱਧੇ ਸੁਖਬੀਰ ਸਿੰਘ ਬਾਦਲ ਕੋਲੇ ਗਏ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਮੇਰਾ ਕੀ ਕਸੂਰ ਆ। ਉਹਨਾਂ ਕਿਹਾ ਤੂੰ ਰੈਲੀ ਰੱਖ ਉੱਥੇ ਆਪਣੀ। ਰੈਲੀ ਰੱਖਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉੱਥੇ ਅਨਾਊਂਸਮੈਂਟ ਕੀਤੀ ਸੀ ਵੀ ਭਾਈ ਇਸ ਹਲਕੇ ਤੋਂ ਸਾਡੇ ਉਮੀਦਵਾਰ ਜਿਹੜੇ ਉਹ ਵਿਰਸਾ ਸਿੰਘ ਵਲਟੋਆ, ਹੋਰ ਕੋਈ ਨਹੀਂ ਹੈਗਾ। ਲੇਕਿਨ ਉਹ ਅਜੇ ਵੀ ਦਾਅਵਾ ਕਰਦੇ ਨੇ ਅਸੀਂ ਖੇਮਕਰਨ ਸਾਡਾ ਜੱਦੀ ਹਲਕਾ, ਸਾਡੇ ਜਿਹੜੇ ਵੱਡੇ ਚੋਣ ਲੜਦੇ ਰਹੇ ਅਸੀਂ ਲੜਾਂਗੇ ਚੋਣ। ਤੁਹਾਨੂੰ ਪਤਾ ਹੋਏਗਾ ਪੱਕੀ ਮੋਹਰ ਹਲਕੇ ਤੇ ਵੀ ਇਹ ਹਲਕਾ ਸਾਡਾ ਹਨਾ, ਇੱਥੇ ਤੁਸੀਂ ਦੂਜਾ ਨਹੀਂ ਕੋ ਆ ਸਕਦਾ। ਹੁਣ ਮੇਰੇ ਕੋ ਉਹ ਇੱਕ ਲਫ਼ਜ਼ ਬੜਾ ਵੱਡਾ ਸੀ, ਉਹ ਵੰਡੇ ਹੁੰਦੇ ਹਲਕੇ ਉਹਨਾਂ ਨੇ ਵੀ ਜਿਹੜੇ ਨਚਾਰ ਹੁੰਦੇ ਨੇ ਹਨਾ। ਜੀ 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 ਪਰ ਤੁਸੀਂ ਹੋਰ ਕੋਈ ਨਹੀਂ ਇੱਧਰ ਆ ਸਕਦਾ ਹਨਾ ਇਸ ਹਲਕੇ ਦੇ ਵਿੱਚ ਉਹਨਾਂ ਦੇ। ਸ਼ਾਇਦ ਚਲੋ ਹੁਣ ਆਪਾਂ ਗੱਲ ਗਾਂਹ ਕਰ ਲੈਂਦੇ ਅੱਗੇ ਤੋਰਦੇ। ਚਲੋ ਉਹਨਾਂ ਦੇ ਬਕਾਇਦਾ ਪਰਚੇ ਬਣੇ ਹੁੰਦੇ ਨੇ, ਬਕਾਇਦਾ ਉਹਨਾਂ ਦਾ ਲਿਖਤੀ ਹੀ ਹੁੰਦਾ ਵੀ ਇਸ ਹਲਕੇ ਤੁਸੀਂ ਨਹੀਂ ਆਉਣਾ, ਗੈਰ ਨਹੀਂ ਆ ਸਕਦਾ, ਉਹੀ ਜਾ ਸਕਦਾ। ਮਤਲਬ ਜੱਦੀ ਪੁਸ਼ਤੀ ਹੈ। ਹੋਰ ਸ਼੍ਰੋਮਣੀ ਉਲੰਘਣਾ ਕਰਨਾ ਬਕਾਇਦਾ ਤੌਰ ਤੇ ਸਜ਼ਾ ਦਿੰਦੇ ਉਹਨੂੰ ਬੰਦੇ ਨੂੰ ਉਲੰਘਣਾ ਕੀਤੀ। ਹੋਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਉੱਠ ਕੇ ਇਸ ਲੈਵਲ ਤੇ ਆ ਸਕਦਾ, ਨਾ ਕਾਂਗਰਸ ਦਾ ਉਸ ਲੈਵਲ ਤੇ ਆ ਸਕਦਾ। ਉਹਨਾਂ ਦੇ ਜੱਦੀ ਪੁਰਖੀ ਹਲਕੇ ਪੱਕੇ ਆ ਵੀ ਹੋਰ ਕੋਈ ਨਹੀਂ, ਤੁਸੀਂ ਸਿਰਫ ਜੁੱਤੀਆਂ ਹੀ ਖਾਣੀਆਂ ਨੇ। ਜਦੋਂ ਭਜਣਾ ਪਵੇ, ਜ਼ਿਲ੍ਹਾ ਚ ਜਾਣਾ ਪਵੇ ਜਾਂ ਕੋਈ ਮੁਜ਼ਾਹਰੇ ਕਰਨੇ ਪੈਣ, ਤੁਸੀਂ ਉੱਥੋਂ ਤੱਕ ਕਰੋ, ਪਰ ਤੁਸੀਂ ਨਹੀਂ ਅੱਗੇ ਲੜ ਸਕਦੇ। ਮੈਂ ਕੋਈ ਉਹਦੀ ਮਤਲਬ ਵਿਰਸਾ ਸਿੰਘ ਵਲਟੋਹਾ ਦੀ ਕੋਈ ਮੈਂ ਤਰਫਦਾਰੀ ਨਹੀਂ ਕਰ ਰਿਹਾ, ਮੈਂ ਵੈਸੇ ਬੇਸਿਕਲੀ ਗੱਲ ਕਰ ਰਿਹਾ ਕਿ ਆਮ ਇੱਕ ਵਰਕਰ ਕੋਈ ਵੀ ਨਹੀਂ ਉੱਠ ਕੇ ਉਸ ਲੈਵਲ ਤੇ ਖੜਾ ਹੋ ਸਕਦਾ। ਮਤਲਬ ਕੋਈ ਮੰਨ ਲਓ ਕਿ ਫੋਰ ਐਗਜ਼ਾਮਪਲ ਕਿਸੇ ਵੀ ਹਲਕੇ ਦੇ ਵਿੱਚ ਕੋਈ ਚੰਗਾ ਬੰਦਾ ਦੂਰ ਅੰਦੇਸ਼ੀ ਵਾਲਾ, ਉਹ ਨਹੀਂ ਉੱਠਣ ਦੇਣਾ, ਸਾਡਾ ਹੱਕ ਹੈ ਹਨਾ। ਚਾਵਲਾ ਸਾਹਿਬ ਆਪਾਂ ਅੱਗੇ ਵੀ ਗੱਲ ਕੀਤੀ ਸੀ, ਇੱਕ ਪ੍ਰਕਾਰ ਦਾ ਸ਼ਾਸਨ ਹੁੰਦਾ, ਇੱਕ ਹੁੰਦਾ ਕੁਲੀਨ ਤੰਤਰ, ਇੱਕ ਹੁੰਦਾ ਰਾਜਤੰਤਰ ਤੇ ਇੱਕ ਹੁੰਦਾ ਲੋਕਤੰਤਰ। ਕੁਲੀਨ ਤੰਤਰ ਦੇ ਵਿੱਚ ਇਹ ਆ ਵੀ ਜਿਹੜਾ ਰਾਜਾ ਵਾ ਭਾਵੇਂ ਉਹਦਾ ਬੇਟਾ ਲੂਲਾ ਹੈ ਤੇ ਭਾਵੇਂ ਲੰਗੜਾ ਰਾਜਾ ਉਹੀ ਬਣੇ, ਬੀਬੀ ਦੂਜਾ ਕੋਈ ਨਹੀਂ ਬਣ ਸਕਦਾ। ਬਿਲਕੁਲ 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 ਬਿਲਕੁਲ। ਰਾਜਤੰਤਰ ਦਾ ਇਹ ਹੁੰਦਾ ਕਿ ਅਸਤਮਿਤ ਤੇ ਕੜੀਅਲ ਘੋੜਾ ਜਿਹੜਾ ਚਿੱਟੇ ਰੰਗ ਦਾ ਉਹ ਛੱਡ ਦਿੰਦੇ ਤੇ ਜਿਹੜਾ ਬੰਦਾ ਬਾਹਰੋਂ ਆ ਕੇ ਸਭ ਤੋਂ ਪਹਿਲਾਂ ਉਹਦੀ ਸਵਾਰੀ ਕਰਦਾ ਉਹਨੂੰ ਰਾਜਾ ਬਣਾ ਦਿੱਤਾ ਜਾਂਦਾ ਵੀ ਇਹਨੇ ਇਹੋ ਜਿਹਾ ਘੋੜਾ ਫੜ ਲਿਆ, ਸਵਾਰੀ ਕਰ ਲਿਆ ਤੇ ਬੰਦਾ ਵਾਕਿਆ ਹੀ ਰਾਜ ਕਰਨ ਦੇ ਕਾਬਲ। ਇੱਕ ਹੁੰਦਾ ਲੋਕਤੰਤਰ। ਲੋਕਤੰਤਰ ਦੇ ਵਿੱਚ ਜਿਹੜਾ ਰਾਜਾ ਨਾ ਰਾਣੀ ਦੇ ਪੇਟੋਂ ਜੰਮਦਾ ਵਾ ਤੇ ਨਾ ਉਹ ਇਸ ਤਰ੍ਹਾਂ ਜਿਹੜੀ ਉਹ ਇੱਕ ਬਹਾਦਰੀ ਕਰਕੇ ਬਣਦਾ ਵਾ। ਇੱਥੇ ਮੱਤ ਪੇਟੀ ਚੋਂ ਨਿਕਲਦਾ ਵਾ। ਲੇਕਿਨ ਅੱਜ ਉਹ ਕਹਾਣੀ ਬਿਲਕੁਲ ਦਰੁਸਤ ਨਹੀਂ ਰਹੀ। ਲੋਕਤੰਤਰ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੇ ਰਾਣੀਆਂ ਦੇ ਪੇਟੂ ਜਿਹੜੇ ਆ ਉਹ ਜਿਹੜੇ ਮੁੱਖ ਮੰਤਰੀ ਤੇ ਮੰਤਰੀ ਨਿਕਲਦੇ ਆ ਤੁਹਾਡੇ ਸਾਹਮਣੇ ਆ। ਯੂਪੀ ਦੇ ਵਿੱਚ ਅਖਿਲੇਸ਼ ਕੌਰ ਆ, ਉਹਦਾ ਪਿਓ ਮੁੱਖ ਮੰਤਰੀ ਸੀ। ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ, ਉਹ ਕਹਿੰਦਾ ਮੁੱਖ ਮੰਤਰੀ ਅਗਲਾ ਮੈਂ। ਜਿੱਥੇ ਮਰਜ਼ੀ ਚੱਲ ਜਾਓ ਤੁਸੀਂ, ਹਰ ਸਟੇਟ ਦੇ ਵਿੱਚ ਇਹ ਚੀਜ਼ ਬਣ ਚੁੱਕੀ। ਹੁਣ ਇਹੀ ਕੁਲੀਨ ਤੰਤਰ ਹੀ ਬਣ ਚੁੱਕਾ ਵਾ ਭਾਈ। ਨਹੀਂ, ਲੋਕਤੰਤਰ ਨੂੰ ਕੁਲੀਨ ਤੰਤਰ ਦਾ ਰੂਪ ਦਿੱਤਾ ਵੀ ਨਹੀਂ ਵੀ ਜਿਹੜਾ ਤਾਂ ਰਾਜਾ ਵਾ ਉਹ ਜਿਹੜਾ ਪਹਿਲਾ ਮੁੱਖ ਮੰਤਰੀ ਉਹਦਾ ਮੁੱਖ ਮੰਤਰੀ ਬਣੂ, ਦੂਜਾ ਨਹੀਂ ਬਣਦਾ। ਇਸ ਕਰਕੇ ਲੋਕਤੰਤਰ ਤੇ ਮਹਿਣੇ ਇਹਨਾਂ ਲੋਕਾਂ ਨੇ ਖਤਮ ਕਰ ਦਿੱਤੇ ਆ। ਚਲੋ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ 'ਚ ਫਿਰ ਅੱਗੇ ਡਿਸਕਸ ਕਰਾਂਗੇ ਜੀ। ਜੀ ਸੀਮਾਰ 1320 ਮੀਟਰ ਬੈਂਡ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਿੱਖ ਸਦਭਾਵਨਾ ਦਲ ਦਾ 4 ਅਗਸਤ ਨੂੰ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਗਾਨੇ ਬੰਨ੍ਹ ਕੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਉਤਰਨ ਜਾ ਰਹੇ। ਹੋ ਸਕਦਾ ਸ਼੍ਰੋਮਣੀ ਕਮੇਟੀ ਨਾਲ ਟਾਕਰਾ। ਕੀ ਲੱਗਦਾ ਕਿ ਟਾਕਰਾ ਹੋਏਗਾ? ਬਿਲਕੁਲ ਜੀ। ਵੇਖੋ, ਸਿੱਖ ਸਦਭਾਵਨਾ ਦਲ ਦੇ ਮੁਖੀ ਜਿਹੜੇ ਭਾਈ ਬਲਦੇਵ ਸਿੰਘ ਵਡਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ, ਟੌਪ ਦੇ ਰਾਗੀ ਰਹੇ ਨੇ।
ਲੇਕਿਨ 2015 ਦੇ ਵਿੱਚ ਜਦੋਂ ਬਰਗਾੜੀ ਦੀ ਬੇਅਦਬੀ ਹੋਈ ਸੀ ਤੇ ਉਹਨਾਂ ਇੱਕ ਆਪਣੀ ਕਥਾ ਕਰਦਿਆਂ ਦੀ ਗੱਲ ਕਹਿਤੀ ਸੀ ਵੀ ਇਹਦੇ ਦੋਸ਼ੀ ਬਾਦਲ ਨੇ। ਸਚੇਤ ਕਰਦੇ ਅਸੀਂ ਆਪਣੀ ਕੌਮ ਨੂੰ, ਦੋਸ਼ੀ ਬਾਦਲ ਨੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਤੱਕ ਨਹੀਂ ਦਿੱਤੀ। ਤੇ ਇਹਨਾਂ ਦੇ ਖਿਲਾਫ ਇੰਨੀ ਗੱਲ ਕਹਿਣ ਤੋਂ ਬਾਅਦ ਜਿਹੜੇ ਸੀ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਸੀ, ਇਹਨਾਂ ਦੀ ਬਦਲੀ ਕਰਤੀ, ਇਹਨਾਂ ਨੂੰ ਸਸਪੈਂਡ ਕਰਤਾ, ਕਹਿੰਦਾ ਚੁੱਕੋ ਆਪਣਾ ਰਿਜ਼ਾਈਨ, ਆਪਾਂ ਘਰ ਨਿਕਲਦੇ। ਉਸ ਤੋਂ ਬਾਅਦ ਕਈ ਵਾਰੀ ਕਹਿੰਦਾ ਮੈਂ ਬਿਲਕੁਲ ਨਹੀਂ, ਮੈਂ ਜਿੱਥੇ ਹੈਗਾ ਬਿਲਕੁਲ ਠੀਕ। ਲੇਕਿਨ ਉਹਨਾਂ ਸਿੱਖ ਸਦ ਭਾਵਨਾ ਦਲ ਬਣਾ ਕੇ ਜਿਹੜਾ ਸੀ ਬਕਾਇਦਾ ਤੌਰ ਤੇ ਦਿੱਲੀ ਕਮੇਟੀ ਦੀਆਂ ਪਹਿਲਾਂ ਵੀ ਚੋਣਾਂ ਲੜੀਆਂ ਸੀਗੀਆਂ, ਐਤਕੀ ਫਿਰ ਉੱਥੇ ਖੜੇ ਨੇ। ਉੱਥੋਂ ਖੈਰ ਪੈਂਦੀ ਹੈ ਜਾਂ ਨਹੀਂ ਪੈਂਦੀ, ਲੇਕਿਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜਨ ਸੀ। ਉਹਨਾਂ ਕਹਿੰਦੇ ਸਾਡਾ ਧਾਰਮਿਕ ਅਕੀਦਾ ਜਦੋਂ ਵੀ ਕਿਤੇ ਸ਼੍ਰੋਮਣੀ ਕਮੇਟੀ ਕੋਈ ਗਲਤ ਕਾਰਜ ਕਰਦੀ ਹੈ ਤੇ ਇਹ ਬਕਾਇਦਾ ਤੌਰ ਤੇ ਵੀ ਆਵਾਜ਼ ਬੁਲੰਦ ਕਰਦੇ ਆ। ਤੇ 328 ਸਰੂਪਾਂ ਦੀ ਅੱਜ ਇਹਨਾਂ ਨੂੰ ਕਰੀਬ 272 ਕੇ 73 ਦਿਨ ਹੋ ਗਏ ਮੋਰਚਾ ਲਾਏ ਨੂੰ। ਧਰਮ ਸਿੰਘ ਮਾਰਕੀਟ ਦੇ ਬਾਅਦ ਜਿਹੜੀ ਵਿਰਾਸਤੀ ਸਟਰੀਟ ਕਹਿੰਦੇ, ਵਿਰਾਸਤੀ ਗਲੀ ਕਹਿੰਦੇ, ਜਿੱਥੋਂ ਸੰਗਤ ਜਿਹੜੀ ਉਹ ਮੱਥਾ ਟੇਕਣ ਜਾਂਦੀ, ਉੱਥੇ ਲਾਇਆ ਉਹਨਾਂ ਨੇ ਬਕਾਇਦਾ ਤੌਰ ਤੇ, ਤਾਂ ਪੱਕੇ ਤੌਰ ਤੇ ਲੋਕਾਂ ਨੂੰ ਸੁਚੇਤ ਕਰਦੇ ਵੀ ਵੇਖੋ ਪੁੱਛੋ ਇਹਨਾਂ ਨੂੰ ਸਾਡੇ 328 ਸਰੂਪ ਕਿੱਥੇ ਹੈਗੇ। ਜਥੇਦਾਰ ਅਕਾਲ ਤਖਤ ਨੇ ਬਕਾਇਦਾ ਤੌਰ ਤੇ ਪ੍ਰੈਸ 'ਚ ਵੀ ਕਿਹਾ ਸੀ ਤੇ ਲਾਈਵ ਹੋ ਕੇ ਵੀ ਕਿਹਾ ਸੀ ਕਿ ਇਹ ਜਿਹੜੇ 328 ਸਰੂਪ ਗੁੰਮ ਕਰਨ ਵਾਲੇ, ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾ ਕੇ ਇਹਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤੇ ਜਿਹੜੀ ਜਾਂਚ ਕੀਤੀ ਗਈ ਸੀ ਉਹ ਜਾਂਚ ਦੇ ਨਾਲ ਬਕਾਇਦਾ ਤੌਰ ਤੇ ਲਿਖਿਆ ਗਿਆ ਸੀ। ਤੇ ਉਹ ਜਾਂਚ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਆ, ਉਹਨੇ ਇੱਕ ਮਤਾ ਪਾਸ ਕੀਤਾ ਸੀ ਬਕਾਇਦਾ ਤੌਰ ਤੇ, ਵਾਕਿਆ ਵੀ ਜਥੇਦਾਰ ਸਾਹਿਬ ਨੇ ਜੋ ਕਿਹਾ ਤੇ ਪੂਰਨੇ ਪਾਏ ਜਾਣਗੇ, ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਾਏ ਜਾਣ। ਲੇਕਿਨ 2 ਦਿਨ ਬਾਅਦ ਉਹ ਮੁੱਕਰ ਗਏ। ਇਹਦੀ ਜਾਂਚ ਅਸੀਂ ਆਪਣੇ ਲੈਵਲ ਤੇ ਕਰਾਂਗੇ, ਕਿਉਂਕਿ ਜੇ ਮੁਕੱਦਮੇ ਦਰਜ ਹੋ ਕੇ ਮਾਮਲਾ ਜਾਂਦਾ ਵਾ ਪੁਲਿਸ ਕੋਲੇ ਤੇ ਫਿਰ ਕਈ ਵੱਡੇ ਹੋਰ ਵੀ ਮਾਰਥੀ ਵਿੱਚ ਆ ਜਾਣੇ ਸੀ। ਕਿੱਧਰ ਨੂੰ ਜਾਂਦੀ ਸੀ ਜਾਂਚ, ਕੋਈ ਪਤਾ ਨਹੀਂ ਸੀ। ਉਹਨਾਂ ਨੇ ਆਪਣੀ ਖੱਲ ਬਚਾਉਣ ਦੀ ਖਾਤਰ ਜਿਹੜਾ ਸੀ ਉੱਥੋਂ ਕਹਿ ਦਿੱਤਾ ਜੀ ਅਸੀਂ ਜਾਂਚ ਆਪ ਕਰਾਂਗੇ। ਉਹ ਜਾਂਚ ਦਾ ਅਜੇ ਕੋਈ ਸਿੱਟਾ ਨਹੀਂ ਆਇਆ। ਕਈ ਜਾਂਦੇ ਕਿ ਜਿੱਥੇ ਹੈਗੇ ਸਰੂਪ, ਜਿੱਥੇ ਗਏ ਨੇ ਬਿਲਕੁਲ ਸਹੀ ਜਗ੍ਹਾ ਤੇ ਗਏ ਨੇ, ਸਿਰਫ ਲੈਣ ਦੇਣ ਦੀ ਰੈਫਰੀ ਹੋਈ ਹੈ। ਲੈਣ ਦੇਣ ਨੂੰ ਕਿੱਥੇ ਖੁਦ ਛੱਡ ਦਿਓ ਤੁਸੀਂ ਉਹਨੂੰ। ਜੇ ਉਹ ਕਹਿੰਦੇ ਵੀ ਸਾਨੂੰ ਦੱਸ ਦਿਓ ਵੀ ਸਰੂਪ ਗਏ ਕਿੱਥੇ ਨੇ 328, ਅੱਜ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਜਿਹੜੀ ਗੱਲ ਤੂੰ ਕਹੀ ਸੀ, ਜੋ ਤੂੰ ਉਦੋਂ ਬਿਆਨ ਦਿੱਤੇ ਸੀ, ਤੇ ਖੜਾ ਰਹੋ। ਐਸੀ ਕਿਸੇ ਗੱਲ 'ਚ ਗੂੜ ਦੇ ਭਾਈ, ਇਹਨਾਂ ਦੋਸ਼ੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਵਾ, ਕਿਉਂਕਿ ਆਮ ਕੋਈ ਮਾੜੀ ਮੋਟੀ ਦੀ ਬੇਦਬੀ ਝੱਟ 295 ਦਾ ਪਰਚਾ ਚੁਕਾਉਂਦੇ ਅਸੀਂ, ਫਟਾਫਟ ਸ਼੍ਰੋਮਣੀ ਕਮੇਟੀ ਦੀ ਟੀਮ ਪਹੁੰਚ ਕਰਦੇ ਪਰਚਾ ਦਰਜ ਨਹੀਂ ਬੰਦੇ ਵੀ ਕਹਾਣੀ ਕੀ ਮਗਰਲੇ ਦੱਸੇਗੀ। ਇਸ ਕਰਕੇ ਭਾਈ ਬਲਦੇਵ ਸਿੰਘ ਵਡਾਲਾ 272 ਦਿਨਾਂ ਤੋਂ ਜਾ ਕੇ ਇੱਕ ਮੋਰਚਾ ਲਾ ਕੇ ਬੈਠਾ ਵਾ। ਹੁਣ ਅਗਲੀ ਗੱਲ ਬਣੀ ਕੀ ਹੈ, ਸ਼੍ਰੋਮਣੀ ਕਮੇਟੀ ਨੇ ਕਮੇਟਾ ਕਰ ਦਿੱਤਾ ਗੁਰੂ ਰਾਮਦਾਸ ਸਰਾਂ, ਜਿਹੜੀ ਕਰੀਬ 80 ਸਾਲ ਪੁਰਾਣੀ ਸਰਾਂ ਵਾ, 80 ਸਾਲ। ਉਹ ਸਰਾਂ ਨੂੰ ਢਾਹ ਕੇ ਉੱਥੇ ਨਵੀਂ ਸਰਾਂ ਬਣਾਈ ਜਾਊਗੀ, ਉੱਥੇ ਕਮਰੇ ਬਣਾਏ ਜਾਣਗੇ, ਕਮਰੇ ਬਣਾ ਕੇ ਮੁੜ ਕੇ ਚਾਰਜ ਕੀਤਾ ਜਾਊਗਾ। ਅੱਜ ਦੀ ਡੇਟ ਦੇ ਵਿੱਚ ਵੀ ਜੇ ਕਿਸੇ ਸ਼ਰਧਾਲੂ ਨੂੰ, ਗਰੀਬ ਸਿੱਖ ਨੂੰ ਕੋਈ ਸਰਾਂ ਚਾਹੀਦੀ ਫਰੀ, ਤੇ ਉਹਨੂੰ ਕਮਰਾ ਉੱਥੇ ਦਿੰਦੇ ਆ ਗੁਰੂ ਰਾਮਦਾਸ ਸਰਾਂ 'ਚ, ਫਰੀ ਹੈ, ਉੱਥੇ ਕੋਈ ਚਾਰਜ ਨਹੀਂ ਲੈ ਜਾਂਦਾ। ਬਾਕੀ ਸਾਰੀਆਂ ਸਰਾਵਾਂ ਦੇ ਵਿੱਚ 800 ਰੁਪਏ ਤੋਂ ਲੈ ਕੇ 1100 ਰੁਪਇਆ ਇੱਕ ਨਾਈਟ ਦਾ ਚਾਰਜ ਕੀਤਾ ਜਾਂਦਾ। ਮਤਲਬ ਵਪਾਰ ਹੋ ਗਿਆ, ਫਿਰ ਗੁਰੂ ਘਰ ਥੋੜੀ ਹੋਇਆ ਵਪਾਰ, ਬਿਲਕੁਲ ਵਪਾਰ, ਬਿਲਕੁਲ ਵਪਾਰ। ਹੁਣ ਉਹ ਇੰਨੀ ਗੱਲ ਕਹਿੰਦੇ ਆ ਵੀ ਇੱਕ ਸਾਡੀ ਵਿਰਾਸਤ ਹੈ, ਇੱਕ ਲੋੜਵੰਦ ਗਰੀਬ ਸਿੱਖ ਜਿਹੜਾ ਵਿਚਾਰਾ ਕਿਸੇ ਤਰੀਕੇ ਨਾਲ ਗੱਡੀ ਦੇ ਵਿੱਚ ਵੀ ਬੜੇ ਆਪਣਾ ਕਿਰਾਇਆ ਇਕੱਠੇ ਕਰਾਇਆ ਮੱਥਾ ਟੇਕਣ ਆਇਆ, ਤੁਹਾਨੂੰ ਫ੍ਰੀ ਕਮਰਾ ਚਾਹੀਦਾ। ਤੁਸੀਂ ਕਹਿਣਾ ਨਹੀਂ ਵੀ 800 ਰੁਪਇਆ ਕਿਰਾਇਆ ਦੇ। ਮੈਂ ਕੱਲ ਗੱਲ ਕਹੀ ਸੀ ਨਰਿਆਣੂ ਰੋਂਦਾ ਹੋਣਾ ਬਹਿ ਕੇ ਉੱਤੇ। ਮੈਨੂੰ ਇੰਗਲੈਂਡ ਤੋਂ ਵੀ ਫੋਨ ਆਏ, ਜੀ BC ਤੋਂ ਤਾਂ ਆਉਂਦੇ ਹੀ ਰਹਿੰਦੇ ਨੇ, ਹੋਰ ਨਵੇਂ ਫੋਨ ਆਏ, ਸੰਗਤ ਨਵੀਂ ਜੁੜਦੀ ਜਾ ਰਹੀ ਹੈ। ਆਸਟ੍ਰੇਲੀਆ ਤੋਂ ਫੋਨ ਆਏ, ਨਿਊਜ਼ੀਲੈਂਡ ਤੋਂ ਫੋਨ ਆਏ, ਇੱਧਰ ਤੁਹਾਡੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਤੋਂ ਫੋਨ ਆਏ। ਸਾਡੇ ਕੈਨੇਡਾ ਵਾਲੇ ਤਾਂ ਹੁਣ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ ਹੁੰਦਾ ਨਾ। ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ ਬੜਾ ਵਿਖਾਵਾ ਜ਼ਿਆਦਾ ਵਿਕਦਾ। ਇੰਨੇ ਕੁ ਫੋਨ ਆਏ ਕਿ ਆਹ ਤੁਸੀਂ ਜਿਹੜੀ ਗੱਲ ਨਰਿਆਣੂ ਦੇ ਰੋਣ ਵਾਲੀ ਕੀਤੀ ਆ ਨਾ ਜੀ ਚਾਵਲਾ ਜੀ, ਕਿਸੇ ਨੇ ਅਜੇ ਤੱਕ ਕੀਤੀ।
ਕੱਲ ਚਿੱਟੀ ਸਿਉਂਕ, ਚਿੱਟੀ ਨਹੀਂ ਕੱਲੀ ਹੈਗੀ ਸਿਉਂਕ, ਦੋ ਤਰ੍ਹਾਂ ਦੀ ਭੂਰੀ ਜੀ ਵੀ ਹੁੰਦੀ ਜੇ। ਜੀ 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 ਸਿਉਂਕ ਭੂਰੀ ਵੀ ਹੁੰਦੀ ਜੇ ਤੇ ਚਿੱਟੀ ਵੀ ਆ। ਬੜੇ ਫੋਨ ਆਏ ਵੀ ਨਰੈਣੂ ਕਿਵੇਂ ਰੋਂਦਾ। ਉਹ ਕਹਿੰਦਾ, ਇੱਕ ਸੱਜਣ ਦਾ ਫੋਨ ਆ, ਕਹਿੰਦਾ ਮੈਂ ਬੜਾ ਚਿਰ ਸੋਚਦਾ ਰਿਹਾ ਵੀ ਬੜੀ ਡੂੰਘੀ ਗੱਲ ਕਰ ਗਿਆ ਚਾਵਲਾ। ਨਰੈਣੂ ਰੋਂਦਾ ਹੋਣਾ, ਪਿੱਟਦਾ ਹੋਣਾ ਕਿ ਮੈਂ ਤੇ ਇਹਨਾਂ ਨਾਲੋਂ ਜ਼ਿਆਦਾ ਚੰਗਾ ਸੀਗਾ, ਮੇਰਾ ਕਸੂਰ ਜੋ ਸੀਗਾ ਚਲੋ ਠੀਕ ਆ, ਉਹ ਹੋਇਆ, ਉਹ ਆਏ, ਮੈਂ ਗੁਨਾਹ ਕੀਤਾ, ਉਹ ਮੈਂ ਗੁੰਡੇ ਪਾਲੇ ਲਿਆਂਦੇ। ਪਰ ਅੱਜ ਦੇ ਜਿਹੜੇ ਨਰੈਣੂ ਨੂੰ ਉਹਦੇ ਗਾਂਹ ਟੱਪ ਗਏ। ਕਿੱਥੇ ਗੁਰੂ ਘਰ ਦੇ ਵਿੱਚ ਬੰਦਾ ਦੂਰੋਂ ਰਾਤ ਕੱਟਣ ਲਈ ਆਉਂਦਾ, ਤੇ ਗੁਰੂ ਘਰ ਬਣੇ ਇਸ ਕਰਕੇ ਸੀ ਕਿ ਉਹ ਆ ਕੇ ਰਾਤ ਕੱਟ ਸਕੇ। ਉਸ ਵਕਤ ਉਹਨੂੰ ਪ੍ਰਸ਼ਾਦਾ ਵੀ ਮਿਲਦਾ ਸੀ। ਗਿਆ ਕਰਨ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ, ਗ੍ਰੰਥੀ ਸਿੰਘ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ, ਉਹ ਜਾਂਦੇ ਹੁੰਦੇ ਸੀ ਹੈੱਡ ਗ੍ਰੰਥੀ ਜਾਂ ਜਿੱਦਾਂ ਵੀ ਸੀਗਾ ਵੀ ਕਰਮਾ ਭਾਗਾਂ ਵਾਲੇ ਸੇਵਾ ਕਰ। ਹਰ ਘਰ ਦੇ ਵਿੱਚ ਰੋਟੀ ਜਾਂ ਕੋਈ ਚੀਜ਼ ਜਾਂ ਕੋਈ ਆਟਾ ਮਿਲਦਾ ਸੀ, ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਵੀ ਕਿਸੇ ਵੀ ਜਾਤ ਦਾ, ਮਜ਼ਹਬ ਦਾ, ਧਰਮ ਦਾ ਆ ਕੇ ਰੁਕ ਜਾਂਦਾ ਸੀ, ਨਿਸ਼ਾਨ ਸਾਹਿਬ ਵੇਖ ਕੇ ਉਹਨੂੰ ਸਾਹ ਆ ਜਾਂਦਾ ਸੀ ਕਿ ਹੁਣ ਮੇਰੇ ਵਾਰਸ ਆ ਗਏ, ਮੈਨੂੰ ਰਹਿਣ ਬਸੇਰਾ ਮਿਲ ਜਾਣਾ, ਮੇਰੀ ਰਾਤ ਕੱਟੀ ਜਾਣੀ ਹੈ, ਮੇਰੀ ਸਭੇ ਸੁਣੀਆਂ ਜਾਣੀਆਂ। ਤੇ ਅੱਜ ਉੱਥੇ ਸਰਾਵਾਂ ਦੇ ਵਿੱਚ ਪੈਸੇ ਲਏ ਜਾ ਰਹੇ ਨੇ। ਪੈਸੇ ਲੈ ਕੌਣ ਨੇ? ਇਹ ਕਾਰਪੋਰੇਟ ਜਗਤ ਨਹੀਂ ਹੈ। ਵਾਟ ਇਜ਼ ਦਿਸ? ਨਰੈਣੂ ਇਸ ਕਰਕੇ ਰੋਂਦਾ ਹੋਣਾ। ਬੜੇ ਚਾਵਲਾ ਸਾਹਿਬ ਇੱਥੇ ਹੀ ਬਸ ਨਹੀਂ, ਅੱਜ ਦੀ ਡੇਟ ਦੇ ਵਿੱਚ ਤੁਸੀਂ ਸਾਰਾ ਗੜੀ ਸਰਾਂ ਦੇ ਵਿੱਚ ਚੱਲ ਜਾਓ ਤੇ ਬਕਾਇਦਾ ਤੌਰ ਤੇ ਕੋਈ ਹਵੇਲੀ ਰੈਸਟੋਰੈਂਟ ਨਾਲ ਖੋਲਿਆ ਵਿੱਚ। ਉਸ ਰੈਸਟੋਰੈਂਟ ਦੇ ਵਿੱਚ ਤੁਹਾਨੂੰ 80 ਰੁਪਏ ਆਲੂ ਵਾਲਾ ਪਰੌਂਠਾ ਮਿਲਦਾ। ਜਦੋਂ ਕਿ ਉੱਥੇ ਲੰਗਰ ਚਾਹੀਦਾ ਸੰਗਤ ਵਾਸਤੇ, ਵੀ ਲੰਗਰ ਆਇਆ ਜਿਹਨੇ ਛਕਣਾ ਅਸੀਂ ਛਕ ਲਓ। ਉਹ ਤੁਹਾਡੇ ਨਾਲ ਤੋਂ ਭਾਈ ਜਦੋਂ ਜੰਗਲਾਂ 'ਚ ਸਿੱਖ ਰਹਿੰਦੇ ਸੀ, ਬਕਾਇਦਾ ਤੌਰ ਤੇ ਨਗਾਰਾ ਵਜਾਉਂਦੇ ਸੀ, ਲੰਗਰ ਤਿਆਰ ਤੇ ਨਾਦਰ ਸ਼ਾਹ ਨੇ ਪੁੱਛਿਆ ਸੀ ਵੀ ਹੈ ਕੌਣ? ਤੋਂ ਦੱਸਿਆ ਸੀ ਵੀ ਇਹ ਨੇ। ਲੰਗਰ ਬਣਦਾ ਤੇ ਕਹਿੰਦਾ ਦੁਸ਼ਮਣ ਵੀ ਚੱਲ ਜਾਏ ਤੇ ਛਕਾ ਦਿੰਦੇ ਉਹਨੂੰ, ਛਕਦਾ ਕੋਈ ਗੱਲ ਨਹੀਂ। ਤੇ ਉਹ ਕਹਿੰਦਾ ਜੇ ਦੁਸ਼ਮਣ ਜੇ ਸਾਰਾ ਛਕ ਜਾਂਦੇ ਫੇਰ ਕਹਿੰਦਾ ਫਿਰ ਆਪਾਂ ਅਰਦਾਸ ਕਰਕੇ ਸੱਚੇ ਪਾਤਸ਼ਾਹ ਨਾਂ ਲੈ ਕੇ ਪਾਣੀ ਪੀ ਕੇ ਸੌਂ। ਇੰਨੇ ਸਬਰ ਤੇ ਸਿੱਧਕ ਵਾਲੇ ਨੇ। ਹੁਣ ਨਾ ਸਬਰ ਹੈ ਤੇ ਨਾ ਸਿੱਧਕ। ਬਾਬਾ ਹਰਬੰਸ ਸਿੰਘ ਹੋਰੀ ਕਹਿੰਦੇ ਹੁੰਦੇ ਸੀਗੇ, ਜਿਹੜੇ ਉਹ ਮਹੰਤ ਸੀ ਉਹ ਤਾਂ ਤੁਸੀਂ ਕੱਢ ਲੈ ਜੁੱਤੀਆਂ ਮਾਰ ਕੇ। ਆਹ ਜਿਹੜੇ ਰਜਿਸਟਰਡ ਮਹੰਤ ਬਾਤ ਇਹਨਾਂ ਨੂੰ ਕਿਵੇਂ ਕੱਢੋਗੇ? ਸਾਨੂੰ ਦੱਸ ਦਿਓ ਤੁਸੀਂ। ਇਹ ਰਜਿਸਟਰਡ ਮਹੰਤ ਨੇ ਕੀ ਕੀਤਾ? ਇਹਨਾਂ ਨੂੰ ਪੁੱਛੋਗੇ ਕਿ ਸਰਾਵਾਂ ਦਾ ਕਿਰਾਇਆ ਕਿਉਂ ਲੈਂਦੇ, ਤੇ ਇਹਨਾਂ ਨੇ ਪਤਾ ਕੀ ਕਹਿਣਾ? ਵੇਖੋ ਜੀ, ਇੱਥੇ ਟੁੱਟ ਭੱਜ ਹੁੰਦੀ ਆ, ਇੱਥੇ ਸੇਵਾ ਸੰਭਾਲ ਹੁੰਦੀ ਆ, ਇੱਥੇ ਲੋਕ ਆਹ ਕਰ ਜਾਂਦੇ, ਉਹ ਕਰ ਜਾਂਦੇ, ਲੋਕ ਚੋਰੀ ਕਰ ਜਾਂਦੇ, ਵੀ ਸਾਡੇ ਤੋਂ ਛੋਟੇ ਚੋਰ ਆਉਂਦੇ, ਅਸੀਂ ਵੱਡੇ ਚੋਰ ਬੈਠੇ ਆ, ਇਸ ਕਰਕੇ ਇਹਨਾਂ ਦੀ ਪਹਿਲਾਂ ਹੀ ਛਿੱਲ ਲਾ ਲੈਂਦੇ ਆ। ਮਤਲਬ ਕਹਿਣ ਤੋਂ ਭਾਵ ਕਿ ਏਡਾ ਮਤਲਬ ਸਿੱਖੀ ਦਾ ਜਿਹੜਾ ਸਬਜੈਕਟ ਹੈ, ਸਿੱਖੀ ਦਾ ਜਿਹੜਾ ਫਲਸਫਾ ਹੈ, ਉਹਨੂੰ ਇੰਨੀ ਜ਼ਿਆਦਾ ਢਾਕ ਕਿਤੇ ਨਹੀਂ ਲੱਗੀ ਜਿਹੜੀ ਸਾਡੀ ਇਸ ਮੌਜੂਦਾ ਦੌਰ ਦੇ। ਜੱਜ ਅਸੀਂ ਨਹੀਂ ਨਾ ਬੋਲਦੇ, ਮੈਂ ਬੋਲਦਾ ਰੋਣਾ ਮੋਢਾ ਘੋੜਾ ਕੇ। ਮੈਨੂੰ ਕਈ ਵਾਰੀ ਕਹਿੰਦੇ ਤੁਸੀਂ ਬਹੁਤਾ ਜ਼ਿਆਦਾ ਭਾਵੁਕ ਹੋ ਜਾਂਦੇ। ਜੇ ਅੱਜ ਨਹੀਂ ਬੋਲਦੇ ਤੇ ਲੱਖ ਲਾਂਤ ਫਿਰ ਤੁਹਾਡੇ ਇਹੋ ਜਿਹੇ ਮਾਈਕਾਂ ਤੇ ਬੈਠਿਆਂ ਦੇ, ਤੇ ਦੁਰ ਲਾਂਤ ਫਿਰ ਤੁਹਾਡੀਆਂ ਪ੍ਰਧਾਨਗੀਆਂ ਦੇ। ਜੇ ਤੁਸੀਂ ਅੱਜ ਵੀ ਕਿਸੇ ਅਹੁਦੇ ਤੇ ਬੈਠ ਕੇ ਇਹ ਜੋ ਤੁਸੀਂ ਅੱਖੀ ਵੇਖ ਰਹੇ ਹੋ ਉਹਦੇ ਖਿਲਾਫ ਨਹੀਂ ਆਵਾਜ਼ ਉਠਾਉਂਦੇ, ਤੇ ਫਿਰ ਇਹ ਖਬਰ ਪੂਰੀ ਕਰ ਲਈ ਥੋੜੀ ਜੀ। ਹੁਣ ਉਹਨਾਂ ਨੇ ਕਿਹਾ ਜੀ ਅਸੀਂ ਵਿਰਾਸਤੀ ਗਾਨੇ ਬੰਨ ਕੇ ਇੱਕ 328 ਸਰੂਪਾਂ ਦਾ ਹਿਸਾਬ ਲੈਣਾ, ਇੱਕ ਇਹ ਗੁਰੂ ਰਾਮਦਾਸ ਢਾਉਣ ਤੋਂ ਰੋਕਣਾ ਵਾ, ਤੇ ਤੀਸਰਾ ਜਿਹੜੀ ਸਾਡੀ ਵਿਰਾਸਤ ਨਿਕਲੀ ਹੈ ਧਰਤੀ ਦੇ ਵਿੱਚੋਂ ਉਹਨੂੰ ਸੰਭਾਲ ਦੀ ਗੱਲ ਜੀ। ਅਸੀਂ ਜਾਵਾਂਗੇ ਸ਼੍ਰੋਮਣੀ ਕਮੇਟੀ ਕੋਲ, ਉਹਨਾਂ ਕੋਲ ਮੰਗ ਕਰਾਂਗੇ ਬਕਾਇਦਾ ਤੌਰ। ਅਬ ਖਤਰਾ ਇਸ ਗੱਲ ਦਾ ਵਾ ਕਿ ਜੇ ਕਿਤੇ ਇਹ ਗੁਰੂ ਰਾਮਦਾਸ ਸਰਾਂ ਨੂੰ ਐਂਟਰ ਕਰਨਾ ਸ਼ੁਰੂ ਕਰ ਦਿੱਤਾ ਤੇ ਪੋਸੀਬਿਲਿਟੀ ਵੀ ਜਿਹੜੀ ਐਸਜੀਪੀਸੀ ਦੀ ਲੱਠਮਾਰ ਫੌਜ ਉਹ ਹਮਲਾ ਵੀ ਕਰ। 2005 ਦੇ ਵਿੱਚ ਕੀ ਹੋਇਆ ਸੀਗਾ? ਸ਼੍ਰੋਮਣੀ ਖਾਲਸਾ ਪੰਚਾਇਤ ਨੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਤੁਹਾਡੇ ਜਥੇਦਾਰ ਅਕਾਲ ਤਖਤ ਨੇ 70,000 ਰੁਪਇਆ ਲੈ ਕੇ ਇੱਕ ਬਲਾਤਕਾਰੀ ਸਾਧ ਨੂੰ ਬਰੀ ਕੀਤਾ ਵਾ। ਕੀਤਾ ਸੀ, ਹਾਂ। ਤੁਸੀਂ ਇਸ ਤੇ ਕਾਰਵਾਈ ਕਰੋ। ਤੁਸੀਂ ਇਸ ਤੇ ਕਾਰਵਾਈ ਕਰੋ। 2005 ਦੇ ਵਿੱਚ 2006 ਦੇ ਵਿੱਚ 2007 ਦੇ ਵਿੱਚ 2008 ਦੇ ਵਿੱਚ 2009 ਦੇ ਵਿੱਚ 2010 ਦੇ ਵਿੱਚ 2011 ਦੇ ਵਿੱਚ 2012 ਦੇ ਵਿੱਚ 2013 ਦੇ ਵਿੱਚ 2014 ਦੇ ਵਿੱਚ 2015 ਦੇ ਵਿੱਚ 2016 ਦੇ ਵਿੱਚ 2017 ਦੇ ਵਿੱਚ 2018 ਦੇ ਵਿੱਚ 2019 ਦੇ ਵਿੱਚ 2020 ਦੇ ਵਿੱਚ 2021 ਦੇ ਵਿੱਚ 2022 ਦੇ ਵਿੱਚ 2023 ਦੇ ਵਿੱਚ 2024 ਦੇ ਵਿੱਚ 2025 ਦੇ ਵਿੱਚ 2026 ਦੇ ਵਿੱਚ 2027 ਦੇ ਵਿੱਚ 2028 ਦੇ ਵਿੱਚ 2029 ਦੇ ਵਿੱਚ 2030 ਦੇ ਵਿੱਚ 2031 ਦੇ ਵਿੱਚ 2032 ਦੇ ਵਿੱਚ 2033 ਦੇ ਵਿੱਚ 2034 ਦੇ ਵਿੱਚ 2035 ਦੇ ਵਿੱਚ 2036 ਦੇ ਵਿੱਚ 2037 ਦੇ ਵਿੱਚ 2038 ਦੇ ਵਿੱਚ 2039 ਦੇ ਵਿੱਚ 2040 ਦੇ ਵਿੱਚ 2041 ਦੇ ਵਿੱਚ 2042 ਦੇ ਵਿੱਚ 2043 ਦੇ ਵਿੱਚ 2044 ਦੇ ਵਿੱਚ 2045 ਦੇ ਵਿੱਚ 2046 ਦੇ ਵਿੱਚ 2047 ਦੇ ਵਿੱਚ 2048 ਦੇ ਵਿੱਚ 2049 ਦੇ ਵਿੱਚ 2050 ਦੇ ਵਿੱਚ 2051 ਦੇ ਵਿੱਚ 2052 ਦੇ ਵਿੱਚ 2053 ਦੇ ਵਿੱਚ 2054 ਦੇ ਵਿੱਚ 2055 ਦੇ ਵਿੱਚ 2056 ਦੇ ਵਿੱਚ 2057 ਦੇ ਵਿੱਚ 2058 ਦੇ ਵਿੱਚ 2059 ਦੇ ਵਿੱਚ 2060 ਦੇ ਵਿੱਚ 2061 ਦੇ ਵਿੱਚ 2062 ਦੇ ਵਿੱਚ
ਅਦਾਲਤ ਨੇ ਉਸ ਸਾਧ ਨੂੰ ਜਿਹੜੀ ਸੀ 7 ਸਾਲ ਦੀ ਸਜ਼ਾ ਸੁਣਾਈ ਸੀ ਤੇ ਸਾਡਿਆਂ ਨੇ ਬਰੀ ਕਰਤਾ। ਉੱਤੇ ਕਾਰਵਾਈ ਕਰੋ। ਉਹ ਬਕਾਇਦਾ ਤੌਰ ਤੇ ਅਕਾਲ ਤਖਤ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਿਰਫ ਮੰਗ ਪੱਤਰ ਦੇਣ ਜਾ ਰਹੇ ਸੀ ਐਸਜੀਪੀਸੀ ਨੂੰ। ਉਹਨਾਂ ਦੀ ਇਹ ਗਿੱਦੜਕੁੱਟ ਕੀਤੀ ਸੀ ਕਿ ਇੱਕ ਨਿਹੰਗ ਸਿੰਘ ਦਾ ਗਾਤਰਾ ਤੋੜ ਦਿੱਤਾ ਗਿਆ, ਉਹਦਾ ਚੋਲਾ ਪਾੜ ਦਿੱਤਾ ਗਿਆ, ਉਹਦੀ ਜਿਹੜੀ ਵੱਡੀ ਦਸਤਾਰ ਸੀ ਉਹ ਪੈਰਾਂ ਥੱਲੇ ਰੋੜੀ, ਉਹਦੇ ਕੇਸ ਖਲਾ ਦਿੱਤੇ ਗਏ, ਉਹਦਾ ਸਿਰ ਪਾੜ ਦਿੱਤਾ ਗਿਆ, ਇੱਥੋਂ ਤੱਕ ਕਿ ਉਹਦੇ ਕਛਹਿਰੇ ਦਾ ਨਾਲਾ ਤੋੜ ਦਿੱਤਾ ਗਿਆ ਨੰਗਿਆ ਕਰਨ ਵਾਸਤੇ। ਸੋ ਕੌਣ ਮਾਫ ਕਰੂ ਇਹਨਾਂ ਲੋਕਾਂ ਨੂੰ? ਫੇਰ ਕਹਿੰਦੇ ਫੇਰ ਨਿਰਾਂ ਨੂੰ ਰੋਂਦਾ ਨਾ ਹੋਊਗਾ। ਫੇਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖੋ ਜਿਹੜੀ ਪਿਛਲੇ ਦਿਨ ਹੋਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵਾਲਿਆਂ ਨੂੰ ਕੀ ਹਾਲ ਹੋਈ, ਪੁੱਛੋ ਨਾ ਵਿਚਾਰੇ ਜਾ ਕੇ। ਲੇਕਿਨ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹਨੇ ਵਿਚਾਰੇ ਪੀੜਤਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤੰਦਰ ਦੇ ਦਿੱਤੀ ਸੀ। ਉਹ ਕਈ ਸਾਲ ਜਿਹੜੇ ਲੜਦੇ ਰਹੇ, ਕੇਸ ਲੜਦੇ ਰਹੇ, ਕਿਸੇ ਨੇ ਪੁੱਛਿਆ ਕਿ ਤੁਹਾਡੇ ਜਥੇਦਾਰ ਨੇ 70,000 ਰੁਪਇਆ ਲੈ ਕੇ ਤੇ ਬਰੀ ਕੀਤਾ ਵਾ ਇੱਕ ਬਲਾਤਕਾਰੀ ਸਾਥ। ਅੱਜ ਕੀ ਜ਼ਰੂਰ ਕੀਤਾ ਵਾ ਕੈਪਟਨ ਅਮਰਿੰਦਰ ਸਿੰਘ ਨੇ, ਐਸਜੀ ਨੇ ਕ੍ਰਾਸ ਪਰਚਾ ਦਰਜ ਕੀਤਾ ਜਿਹਦੇ ਕਰਕੇ ਐਸਜੀਪੀਸੀ ਪਿੱਟੀ ਜਾਂਦੀ, ਕਹਿੰਦੇ ਪਿੱਟੀ ਜਾਓ। ਮੈਂ ਕੀ ਲੈਣਾ, ਉਹਨਾਂ ਨੂੰ ਸ਼ਿਕਾਇਤ ਆਈ ਹੈ, ਉਹਨਾਂ ਸ਼ਿਕਾਇਤ ਉੱਤੇ ਅਦਾਲਤ 'ਚ ਵੀ ਸ਼ਿਕਾਇਤ ਕੀਤੀ ਹੈ ਤੇ ਮੈਂ ਆਪਣੀ ਕੁਰਸੀ ਥੋੜੀ ਕੋਣੀ ਤੁਹਾਡੇ ਵਾਸਤੇ। ਇਸੇ ਕਰਕੇ ਉਹਨੂੰ ਪੁੱਛੋ, ਤੁਸੀਂ ਖੋਸੇ ਨੂੰ ਪੁੱਛੋ, ਬਲਬੀਰ ਨੂੰ ਪੁੱਛੋ, ਸਾਰਿਆਂ ਨੂੰ ਪੁੱਛੋ, ਇਹ ਜਿਹੜੇ ਖਾਸ ਮਿਲ ਪੁੱਛੋ ਨਾ ਜੀ। ਉਹ ਇਹ ਗੱਲ ਕਹਿੰਦੇ ਵੀ ਤੁਹਾਡੀ ਇਹਨਾਂ ਗਿੱਦੜਕੁੱਟੀ ਨਹੀਂ ਕੀਤੀ ਗੱਲੀ, ਸਾਨੂੰ ਨੰਗਿਆਂ ਨੇ ਕੀਤਾ ਤੇ ਜਿਹੜਾ ਸਾਡਾ ਗਾਤਰਾ ਲਾ ਕੇ ਸਾਡੀਆਂ ਬਾਹਾਂ ਉਹਨਾਂ ਪਿੱਛੇ ਬੱਧੀਆਂ ਗਾਤਰੇ ਦਾ ਤੇ ਸਾਡੀਆਂ ਪੈਰਾਂ ਥੱਲੇ ਪੈਰਾਂ ਰੋੜੀਆਂ ਤੇ ਬੇਸਮ ਡਾਂਗਾ ਨਾਲ ਕੁੱਟਿਆ ਫੜ ਕੇ। ਜੰਡ ਤੇ ਜੰਡ ਰੱਖ ਲੈਂਦੇ, ਉਸ ਸਾੜ ਦਿੰਦੇ ਫੜ ਕੇ ਇਹਨਾਂ ਨੂੰ ਵੀ। ਤੇ ਮਤਲਬ ਚੰਗੀ ਗੱਲ ਸੀ, ਜੰਡ ਦੀ ਥਾਂ ਤੇ ਦੁੱਖ ਭੰਜਣੀ ਬੇਰੀ ਤੇ ਸਾੜ ਦਿੰਦੇ, ਉੱਥੇ ਕਿਹੜੀ ਗੱਲ ਸੀ? ਜੰਡ ਹੀ ਸੀ ਉਹ, ਦਰਖਤ ਹੀ ਲੈਣਾ ਸੀ। ਬਿਲਕੁਲ। ਇਹ ਕਮਰਧਾਰੀ ਬੀਬੀ ਨੇ ਜੋ ਕੀਤਾ ਉਹਦੀ ਸੁਣਨ ਵਾਲੀ ਸੀ ਬਾਈਟ ਜਿਹੜੀ ਟੀਵੀ ਤੇ ਚੱਲਦੀ ਸੀ, ਉਹਦੀ ਦੱਸੀ ਸੀ। ਚਲੋ ਮੈਂ ਵੈਸੇ ਬੜੇ ਅਫਸੋਸ ਦੀ ਗੱਲ, ਅਸੀਂ ਇੱਕੋ ਗੱਲ ਕਰਾਂਗੇ ਭਾਈ ਵਡਾਲਾ ਸਾਹਿਬ ਨੂੰ, ਵਡਾਲਾ ਸਾਹਿਬ ਆਪਣਾ ਬਚਾਅ ਕਰੋ, ਜੰਗ ਤੁਸੀਂ ਲੜਦੇ ਹੋ ਜ਼ਰੂਰ ਲੜੋ, ਲੇਕਿਨ ਇਹਨਾਂ ਦੂਛਾ ਦੇ ਤੁਸੀਂ ਨਾ ਇਹਨਾਂ ਨੂੰ ਆਪਣੇ ਹੁੰਦੇ ਆ ਇਹਨਾਂ ਦੇ ਪੱਲੇ। ਕਿੰਨਾ ਚੰਗਾ ਹੋਵੇ ਜੇ ਸਦਭਾਵਨਾ ਬਣਾਈ ਰੱਖਣ ਵਾਸਤੇ ਬੀਬੀ ਜੀ ਆਪਣਾ ਹੋਰ ਕੱਦ ਉੱਚਾ ਕਰਨ ਵਾਸਤੇ ਜੇ ਉੱਥੇ ਹੀ ਹੋਣ। ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਾਜੇਵਾਲ ਨੂੰ ਜਿਹੜਾ ਕਿਸਾਨ ਮਤਲਬ ਮੁਖੀ ਇਸ ਵਕਤ ਰਾਜੇਵਾਲ ਨੂੰ ਮਿਲ ਸਕਦੇ ਨੇ, 1.5-2 ਘੰਟਾ ਬੈਠ ਕਰ ਸਕਦੇ ਨੇ ਉਹਦੇ ਨਾਲ, ਤੇ ਕਿੱਡਾ ਚੰਗਾ ਹੋਵੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਦੇਣ ਕਿ ਭਾਈ ਮੰਗ ਪੱਤਰ ਲੈ ਕੇ ਆ ਰਹੇ ਨੇ, ਕੋਈ ਗੱਲ ਨਹੀਂ, ਕੋਈ ਮਤਲਬ ਅਭੀ ਨਬੀ ਨਹੀਂ ਹੋਗੀ, ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਆ ਰਹੇ ਨੇ, ਅਸੀਂ ਉਹਨਾਂ ਕੋਲ ਮੰਗ ਪੱਤਰ ਲਵਾਂਗੇ। ਬੀਬੀ ਜਗੀਰ ਕੌਰ ਬਿਆਨ ਦੇਵੇ ਕਿ ਅਸੀਂ ਮੰਗ ਪੱਤਰ ਲਵਾਂਗੇ, ਕੋਈ ਆਪਸੀ ਅਸੀਂ ਸਿਰ ਨਹੀਂ ਪਾੜਨੇ, ਕੋਈ ਤੂੰ ਮੈਂ ਨਹੀਂ ਕਰਨੀ। ਤੇ ਜੇ ਹਮਲਾਵਰ ਬਣ ਕੇ ਕਹਿੰਦੇ ਨੇ ਕਿ ਜੇ ਇਹ ਨਵਜੋਤ ਸਿੱਧੂ ਪ੍ਰਧਾਨ ਬਣਿਆ, ਕਾਂਗਰਸ ਦੇ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਬਣਿਆ, ਕਿੰਨਾ ਕੁ ਨੇ ਮਾਰ ਕਾ ਮਾਲਿਆ, ਪੰਜਾਬ ਪ੍ਰਦੇਸ਼ ਤੱਕ ਕਾਂਗਰਸ ਦਾ ਪ੍ਰਧਾਨ ਹੀ ਬਣਿਆ, ਉਸ ਕਾਂਗਰਸ ਦੇ ਇਸ਼ਾਰੇ ਤੇ ਤੁਸੀਂ ਤੁਹਾਡਾ ਤਖਤ ਢਾਹਤਾ, ਤੁਹਾਡੇ ਬੱਚੇ ਸ਼ਹੀਦ ਕਰ ਦਿੱਤੇ, ਮਾਸੂਮ ਬੱਚੇ ਤੱਕ ਨਹੀਂ, ਪ੍ਰੈਗਨੈਂਟ ਬੀਬੀਆਂ ਤੱਕ ਨਹੀਂ ਤੁਹਾਡੀਆਂ ਬਖਸ਼ੀਆਂ, ਬੱਚਿਆਂ ਨੂੰ ਜੁੱਤੀਆਂ 'ਚ ਪਾਣੀ ਪਿਆ ਕੇ ਪਿਸ਼ਾਬ ਪਿਆ ਕੇ ਤੁਹਾਡਾ ਜਿਹੜਾ ਜਲੂਸ ਕੱਢਿਆ, ਉਸ ਕਾਂਗਰਸ ਦਾ ਪ੍ਰਧਾਨ ਇੰਨੇ ਦਮਗਜੇ ਨਾਲ ਆ ਸਕਦਾ ਤੇ ਇਹ ਮੰਗ ਪੱਤਰ ਹੀ ਲੈ ਕੇ ਆਉਣ ਲੱਗਿਆ। ਉਹ ਵੀ ਸੁਣ ਲਓ ਗੱਲ ਜੀ, ਤੁਸੀਂ ਗੱਲ ਛੇੜਤੀ ਚੰਗੇ ਤਰੀਕੇ ਨਾਲ। ਨਹੀਂ ਜੇ ਉਹ ਆ ਸਕਦਾ ਜਿਸ ਤਰੀਕੇ ਨਾਲ, ਚਲੋ ਯਾਰ ਸਿੱਖ ਹੋਣ ਦੇ ਨਾਤੇ ਆਇਆ, ਜਿਸ ਤਰੀਕੇ ਵੀ ਆਇਆ, ਜੋ ਵੀ ਆਇਆ, ਇਹਦੇ ਮੰਗ ਪੱਤਰ ਹੀ ਲੈ ਕੇ ਆ ਰਹੇ ਨਾ। ਇਹ ਤਾਂ 10-20-50 ਜਿਹੜੇ ਮੰਗ ਪੱਤਰ ਹੀ ਲੈ ਕੇ ਆ ਰਹੇ ਨੇ, ਜਦੋਂ ਕਿ ਫੰਡਾਮੈਂਟਲ ਰਾਈਟ ਆ, ਦੁਨੀਆ ਦੀ ਹਰ ਕਿਤਾਬ ਹਰ ਕਾਨੂੰਨ ਕਹਿੰਦਾ ਕਿ ਤੁਸੀਂ ਵੀ ਆਪਣੀ ਗੱਲ ਰੱਖ ਸਕਦੇ ਹੋ। ਤੇ ਜੇ ਉਹ ਆਪਣੇ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੋਈ ਮੰਗ ਪੱਤਰ ਦੇਣ ਆ ਰਹੇ ਨੇ ਤੇ ਪਿਆਰ ਦੇ ਨਾਲ ਉਹਨਾਂ ਨੂੰ ਮੰਗ ਪੱਤਰ ਲੈ ਲੈਣਾ ਚਾਹੀਦਾ। ਫਿਰ ਕਿਹੜੇ ਮੂੰਹ ਨਾਲ ਬੀਬੀ ਜਗੀਰ ਕੌਰ ਕੱਲ ਨੂੰ ਕਹੂਗੀ ਵੀ ਜੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ, ਮੰਗ ਪੱਤਰ ਲੈ ਕੇ ਜਾ ਰਹੇ ਸੀ, ਜਾਂ ਕੋਈ ਕਿਸਾਨ ਜਥੇਬੰਦੀਆਂ ਦੀ ਥਾਵਾਂ ਤੇ ਜੇ ਕੋਈ ਸਟੂਡੈਂਟ ਸੀ ਜਾਂ ਟੀਚਰ ਸੀ ਜਾਂ ਬਿਜਲੀ ਮਹਿਕਮੇ ਵਾਲੇ ਜਾਂ ਜਿਹੜੇ ਕੱਚੇ ਟੀਚਰ ਨੇ, ਉਹ ਮੰਗ ਪੱਤਰ, ਉਦੋਂ ਬੀਬੀ ਦਾ ਬਿਆਨ ਕਿਵੇਂ ਆਵੇਗਾ? ਉਦੋਂ ਕਿਵੇਂ ਮਨੁੱਖਤਾ ਦੀ ਸੇਵਾ ਕਰ ਸਕਦੀ ਹੈ ਜੇ ਅੱਜ ਆਪਣੇ ਕੋਲੋਂ ਮੰਗ ਪੱਤਰ ਨਹੀਂ ਲੈ ਸਕਦੇ? ਜੇ ਅੱਜ ਇਹ ਜੁੱਤੀ ਹੁੰਦੇ ਨੇ, ਅੱਜ ਦਸਤਾਰਾਂ ਖਿਲਾਰਦੇ ਨੇ, ਤਾਂ ਫਿਰ ਕੀ ਇਹਨਾਂ ਕੋਲ ਰਹਿ ਜਾਊਗਾ ਪੱਲੇ? ਬੋਲ ਸਕਦੇ ਨੇ। 2005 ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਜੀ ਪੁਲਾਣੀ ਸਾਹਿਬ ਗੁਰਦੁਆਰੇ ਦਾ ਕਬਜ਼ਾ ਲੜਾ ਸੀ ਤੇ ਇਹਨਾਂ ਲੱਠ ਵਾਲੇ ਜਾ ਕੇ ਉੱਥੇ ਬੰਦੂਕਾਂ ਖੜ ਕੇ 2 ਨਿਹੰਗ ਮਾਰਤੇ ਸੀ। ਤੇ ਵਿਰਕ ਜਿਹੜਾ ਸੀ ਉਦੋਂ ਡੀਜੀਪੀ ਸੀ ਤੇ ਬੀਬੀ ਨੇ ਦਬਕਾ ਮਾਰ
ਉਹਨਾਂ ਦੇ ਜਿਹਦੇ ਜਿਨ੍ਹਾਂ ਦੇ ਬੰਦੇ ਮਰੇ ਸੀ ਉਹਨਾਂ ਤੇ ਪਰਚਾ ਕਰਤਾ ਜੀ। ਬੀਬੀ ਨੇ ਚਾਹੀਦਾ ਕੰਮ ਕਿਹੜਾ ਕੀਤਾ? ਇਹ ਦੱਸੇ ਸੀ ਵੀ ਨਾ ਕੋਈ ਇਹਦੀ ਕੀ ਕਹਿੰਦੇ ਬੜੀ ਉਮੀਦ ਸੀ ਉਹਨੂੰ ਵੀ ਚਾਹੀਦਾ ਕੰਮ ਕਰੂ, ਲੇਕਿਨ ਚਾਹੀਦਾ ਕੰਮ ਨਹੀਂ ਕਿਉਂ ਕੀਤਾ ਆਪਾਂ? ਤੁਸੀਂ ਕਹਿੰਦੇ ਮੰਗ ਪੱਤਰ ਲੈ ਲਏ, ਜੇ ਇੱਕ ਪ੍ਰਚਾਰਕ ਨੂੰ ਮਾਂਜੀ ਛਾਂਜੀ ਦੱਸ ਸਕਦੀ ਕਿਉਂ ਨੂੰ ਕਿ ਮੰਗ ਪੱਤਰ ਨਾ ਕੋ? ਬੀਬੀ ਜੀ ਤੁਸੀਂ ਪ੍ਰਧਾਨ ਸ਼੍ਰੋਮਣੀ ਕਮੇਟੀ ਹੋ, ਤੁਸੀਂ ਕਿਤੇ ਗੁੰਡਾਗਰਦ ਮੁਖੀ ਨਹੀਂ ਹੈਗੇ। ਇਸੇ ਕਰਕੇ ਤੁਹਾਡੀ ਇੱਕ ਨੈਤਿਕ ਡਿਊਟੀ ਬਣਦੀ, ਜੇ ਭਾਈ ਬਲਦੇਵ ਸਿੰਘ ਵਡਾਲਾ 272 ਜਾਂ 74 ਦਿਨਾਂ ਤੋਂ ਮੋਰਚਾ ਲਾ ਕੇ ਬੇਟਾ ਤੁਸੀਂ ਇੱਥੇ ਆਪ ਜਾਂਦੇ, ਉਹਨਾਂ ਨੂੰ ਕਨਵਿੰਸ ਕਰੇ, ਦੱਸੋ ਤੁਹਾਨੂੰ ਕੀ ਚਾਹੀਦਾ, ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਹਰ ਮੰਗ ਪੂਰੀ ਕਰਾਂਗੇ। ਲੇਕਿਨ ਤੁਹਾਨੂੰ ਇਹ ਦੱਸਿਆ ਵੀ ਜੇ ਸਰੂਪ ਗਏ ਨੇ ਬਿਲਕੁਲ ਸੁਰੱਖਿਅਤ ਨੇ, ਆ ਜਾ ਕੇ ਚੈੱਕ ਕਰ ਲਓ ਇਹਨਾਂ ਥਾਵਾਂ ਤੇ ਸਰੂਪ ਗਏ ਨੇ। ਕਿਉਂ ਨਹੀਂ ਦੱਸਦੇ ਤੁਸੀਂ ਲੋਕਾਂ ਨੂੰ? ਸੰਗਤ ਨੂੰ ਦੱਸੋ ਕਿਉਂ ਦੱਸਦੇ? ਕਿਉਂ ਨਹੀਂ ਕਰਦੇ ਜਿੱਥੇ ਹੈਗੇ ਠੀਕ ਠਾਕ ਹੈਗੇ? ਕਿਉਂ ਨਹੀਂ ਕਰਦੇ ਤੁਸੀਂ? ਬਿਲਕੁਲ। ਚਲੋ ਆਪਾਂ ਅਗਲੀ ਕਾਲ ਲੈ ਲਈਏ, ਲਾਸਟ ਕਾਲ ਹੈ, ਛੋਟਾ ਰੱਖਣਾ ਕਿਉਂਕਿ ਸਵੇਰੇ अर्ਲੀ ਮਾਰਨਿੰਗ ਉੱਠ ਕੇ ਪ੍ਰੋਗਰਾਮ ਵੀ ਕਰਨਾ ਹੈ। ਸਾਡੇ ਟੈਕਨੀਸ਼ੀਅਨ ਨੇ ਵੀ ਜਾਣਾ, ਇਸ਼ਾਰਾ ਹੋ ਰਿਹਾ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬ੍ਰਿਜ ਸਾਹਿਬ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ, ਤੁਹਾਡਾ ਮੈਂ ਅੱਧਾ ਪੌਣਾ ਘੰਟਾ ਮਗਰਲਾ ਸੁਣਿਆ ਵੀ ਤੁਹਾਡਾ ਜਿੰਨਾ ਤੁਸੀਂ ਜ਼ੋਰ ਲਾ ਰਹੇ ਹੋ ਇਸ ਕੌਮ ਵਾਸਤੇ, ਇਸ ਕਮੇਟੀਆਂ ਵਾਸਤੇ, ਇਹਨਾਂ ਸੰਗਤਾਂ ਵਾਸਤੇ, ਪਿਛਲੇ ਤਕਰੀਬਨ 20-25 ਸਾਲ ਤੋਂ ਜ਼ਿਆਦਾ ਡੀਗ੍ਰੇਸ਼ਨ ਹੋਣੇ ਨੇ। ਨਰੈਣੂ ਦੀ ਗੱਲ ਕੀਤੀ ਸੀ ਵੀ ਉਦੋਂ ਚਲੋ ਕੋਈ ਬੰਦਾ ਹੁੰਦਾ ਸੀ ਜਾਂ ਸਰਕਾਰ ਦੀ ਪੱਛ ਪਿੱਛੇ ਹੁੰਦਾ ਸੀ, ਹੁਣ ਤੇ ਸਭ ਕੁਛ ਆਪ ਕਰਦੇ ਨੇ। ਤੇ ਮੈਂ ਇੱਕੋ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜੇਕਰ ਸਾਡੇ ਲੀਡਰ ਹੀ ਇਹੋ ਜਿਹੇ ਹੋ ਗਏ ਨਾ, ਸਾਡੀ ਸੰਗਤ ਕਿਹੜੀ ਇਸ ਕਰਕੇ ਜਾਂਦੀ ਹੈ ਕਿ ਅਸੀਂ ਗੁਰਦੁਆਰੇ ਚੱਲੇ ਆਂ, ਵੀ ਪਿਕਨਿਕ ਮਨਾਲ ਜਾਂਦੇ ਨੇ ਜਿਹੜੇ ਪਹਾੜੀ ਇਲਾਕੇ ਨਾਲ ਦੂਜੇ ਇਲਾਕਿਆਂ ਦੇ ਵਿੱਚ ਨੇ, ਕਦੇ ਕੋਈ ਮੋੜ ਨਾਲ ਗਿਆ? ਕਿੰਨੇ ਇਹੋ ਜਿਹੇ ਕਾਰਨ ਹੁੰਦੇ ਨੇ। ਸੋ ਇਸ ਕਰਕੇ ਇਹਨਾਂ ਲੋਕਾਂ ਨੇ ਨੁਕਸਾਨ ਕੀਤਾ ਕਿ ਸੰਗਤ ਵੀ ਜਿਹੜੀ ਹੈ, ਜਿਹੜੇ ਦੂਜੇ ਨੇ, ਜਿਹੜੇ ਅਸਲੀ ਸਿੱਖ ਨੇ, ਉਹ ਆਪਣੇ ਬਾਣੀ ਦੇ ਵਿੱਚ ਤੇ ਬਾਣੇ ਵਿੱਚ ਪੱਕੇ ਨੇ। ਉਹ ਭਾਵੇਂ ਘਰ ਬੈਠੇ ਆ ਤੇ ਭਾਵੇਂ ਕਿਧਰੇ ਬੈਠੇ ਆ। ਇਹ ਸੰਗਤ ਦਾ ਵੀ ਫਰਜ਼ ਬਣਦਾ ਹੈ ਵੀ ਜੇ ਸਾਡੀ ਮੈਨੇਜਮੈਂਟ ਗਲਤ ਜਾਂਦੀ ਹੈ ਤੇ ਅਸੀਂ ਵੀ ਕੁਝ ਤਰੱਦਦ ਕਰੀਏ, ਅਸੀਂ ਵੀ ਕੁਝ ਬੋਲੀਏ। ਜੀ ਬਿਲਕੁਲ ਸਹੀ ਗੱਲ ਕਹਿ ਰਹੇ। ਹਾਂਜੀ, ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹਨਾਂ ਦੇ ਨਾਲ, ਜਿਵੇਂ ਜੀ ਹਜ਼ੂਰੀ ਆਪਾਂ ਨੂੰ ਸਿਖਾਤੀ ਹੈ 20-25 ਸਾਲ ਤੋਂ ਬਾਅਦ, ਵੀ ਜਿਹੜਾ ਬਣ ਗਿਆ ਉਹਨੂੰ ਸਲਾਮ, ਜਿਹੜਾ ਬਣ ਗਿਆ ਉਹਨੂੰ ਸਲਾਮ। ਤੇ ਫਿਰ ਨਾ ਧਰਮ ਦਾ ਤੇ ਨਾ ਸ਼੍ਰੋਮਣੀ। ਤੁਸੀਂ ਸ਼੍ਰੋਮਣੀ ਕਮੇਟੀ ਕਿਹਾ, ਬਿਲਕੁਲ ਠੀਕ ਹੈ। ਅਜੇ ਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾ ਕਿਹਾ ਕਰੋ ਹੁਣ। ਠੀਕ ਹੈ ਜੀ। ਤੁਹਾਡੇ ਕਵਲ ਹੋ ਰਹੀ ਹੈਗੇ ਜੀ, ਕਵਲ ਹੋ ਰਹੀ। ਹਾਂਜੀ, ਕਹਿੰਦੇ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਸਾਡੇ ਪੱਤਰਕਾਰਾਂ ਨੇ ਪਹਿਲਾਂ ਕਵਲ ਹੋਰਾਂ ਦੀ ਵਾਈਫ ਕੀ ਹੋਈ ਹੈ, ਸ਼੍ਰੋਮਣੀ ਗੁੰਡਾ ਪ੍ਰਬੰਧਕ ਕਮੇਟੀ ਹੈ। ਜਿਹੜੀ ਗੱਲ ਆਪਾਂ ਗੱਲ ਕਰਦੇ ਇਹਨਾਂ ਦੀ, ਜਿਹੜੀ ਗੱਲ ਕੀਤੀ ਵਿਰਕ ਸਾਹਿਬ, ਤੁਸੀਂ ਲੋਕ ਜਿਹੜਾ ਬੋਲੇ ਉਹ ਕੁੰਡਾ ਖੋਲੇ। ਜਿਹੜਾ ਵੀ ਇਸ ਗੱਲ ਦਾ ਵਿਰੋਧ ਕਰਦਾ ਵੀ ਐਸਜੀਪੀਸੀ ਗਲਤ ਕਰ ਰਹੀ ਹੈ, ਉਹਦਾ ਅਸਰ ਕੀ ਹੁੰਦਾ? ਉਹਦੀਆਂ ਲੱਤਾਂ ਤੋੜ ਦਿਓ, ਉਹਦੀਆਂ ਬਾਹਾਂ ਤੋੜ ਦਿਓ। ਇਹ ਗੁੰਡਾ ਫੌਜ ਰੱਖੀ ਕਾਹਦੇ ਵਾਸਤੇ? ਇਸੇ ਵਾਸਤੇ ਰੱਖੀ। ਬੋਲੇ ਕੌਣ? ਦੂਜੀ ਗੱਲ, ਤੁਸੀਂ ਪਿਕਨਿਕ ਦੀ ਗੱਲ ਕੀਤੀ, ਮੈਂ ਤੁਹਾਡੇ ਨਾਲ 100 ਦੀ 101% ਜਿਹੜਾ ਬਿਲਕੁਲ ਸਹਿਮਤ ਹੈਗਾ। ਲੋਕ ਪਿਕਨਿਕ ਮਨਾਉਂਦੇ, ਜਦੋਂ ਅਸੀਂ ਦੱਸਣਾ ਹੀ ਨਹੀਂ ਵੀ ਹਰਿਮੰਦਰ ਸਾਹਿਬ ਦੀ ਮਹੱਤਤਾ ਕੀ ਆ, ਇਹ ਕਿਉਂ ਬਣਾਇਆ ਗਿਆ, ਕਿਉਂ ਲੋੜ ਪਈ, ਕਿਵੇਂ ਪਈ, ਕੋਈ ਗਾਈਡ ਨਹੀਂ ਕਿਉਂ ਦੇਣਾ? ਅਸੀਂ ਲੋਕ ਆਉਂਦੇ ਵੇਖਣ ਵਾਸਤੇ, ਸੁਣੇ ਦਾ ਮੰਦਰ ਠੀਕ ਹੈ ਜੀ, ਵੇਖ ਲਿਆ ਬੜਾ ਵਧੀਆ ਜੀ ਜੀ ਜੀ, ਉਹ ਪਿਕਨਿਕ ਬਣਾਉਣ ਆਉਂਦੇ ਜੀ ਜੀ। ਬੜੀ ਕੋਸ਼ਿਸ਼ ਕੀਤੀ ਕਿ 8 ਗਾਈਡ ਭਰਤੀ ਕੀਤੇ ਜਾਣ, ਭਾਵੇਂ ਲੱਖ ਰੁਪਏ ਤਨਖਾਹ ਦੇਣੀ ਪਵੇ, ਤੇ ਉਹਨਾਂ ਨੂੰ ਜਿਹੜੀ ਘੱਟੋ ਘੱਟ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਕਮਾਂਡ ਹੋਵੇ। ਨਾ ਹਾਂ, ਤੁਸੀਂ ਗੱਲ ਇਹ ਵੇਖੋ, ਕੌਮ 'ਚ ਜਾਗਰਤੀ ਪੈਦਾ ਕਰਨੀ ਹੈ ਤੁਸੀਂ, ਤੇ ਫਿਰ ਪਿਕਨਿਕ ਮਨਾਉਣ ਲੋਕ ਕਿਉਂ ਨਹੀਂ ਆਉਂਦੇ ਫਿਰ ਇੱਥੇ? ਜੇ ਤੁਸੀਂ ਉਹ ਬਣਾ ਦਿੱਤਾ ਗਲਿਆਰਾ ਯੋਜਨਾ, ਜਿਹੜੀ ਸੁੰਦਰੀਕਰਨ ਕਰਤਾ, ਉੱਥੇ ਜੋ ਕੋਈ ਤੁਸੀਂ ਕਰ ਦਿੱਤਾ, ਉੱਥੋਂ ਭਗਤ ਪੂਰਨ ਸਿੰਘ ਹੁਣਾਂ ਦੀਆਂ ਜਿਹੜੀਆਂ ਯਾਦਾਂ, ਕਿਵੇਂ ਦਰਬਾਰ ਸਾਹਿਬ ਜਾਈਦਾ ਸੀ, ਕਿਵੇਂ ਭਗਤ ਪੂਰਨ ਸਿੰਘ ਖੱਬੇ ਸੱਜੇ ਪਾਸੇ ਦਰਬਾਰ ਸਾਹਿਬ ਅੰਦਰ ਵੜਦਿਆਂ ਘੰਟਾ ਘਰ ਚੌਂਕ ਵਾਲੇ ਪਾਸੇ ਬੈਠੇ ਹੁੰਦੇ ਸੀ, ਕਿਵੇਂ ਉਸ ਵਕਤ ਮਾਹੌਲ ਹੁੰਦਾ ਸੀ, ਉਹ ਸਾਰਾ ਤਾਂ ਤੁਸੀਂ ਬਣਾਤਾ ਉੱਥੇ ਇੱਕ ਮਾਲ ਟਾਈਪ। ਅਤੇ ਫਿਰ ਉਹਦਾ ਕੀ ਕਹਿ ਲਈਏ, ਤੁਸੀਂ ਉਹਦਾ ਪਿਕਨਿਕ ਸੈਂਟਰ ਹੀ ਬਣਾ ਦਿੱਤਾ। ਪਰ ਕੋਈ ਨਹੀਂ, ਉਹਦੀ ਲਾਠੀ ਦੇ ਵਿੱਚ ਆਵਾਜ਼ ਨਹੀਂ, ਇੱਥੇ ਹੀ ਸਾਰਾ ਕੁਝ ਹੋਣਾ। ਇਹ ਤੁਸੀਂ ਦੇਖ ਲਿਓ, ਅਸੀਂ ਵੀ ਦੇਖਦੇ ਆਏ ਹਾਂ। ਹਾਂਜੀ, ਮੱਕੜ ਤੁਰ ਗਿਆ,
ਬੀਬੀ ਨੇ ਵੀ ਤੁਰ ਜਾਣਾ, ਅਸੀਂ ਵੀ ਤੁਰ ਜਾਣਾ, ਤੁਸੀਂ ਵੀ ਤੁਰ ਜਾਣਾ, ਪਰ ਸਿੱਖੀ ਸੋਨੇ ਦੇ ਕੁਠਾਲੇ 'ਚ ਮੈਂ ਕਹਿੰਦਾ ਹੁੰਦਾ ਪਈ ਹੋਈ ਹੈ, ਉਹਦੀ ਪਰਖ ਹੋ ਰਹੀ ਹੈ। ਉਹ ਐਨ ਪਿਓਰ 24 ਕੈਰਟ ਤੋਂ ਵੀ ਉੱਤੇ ਜਿਹੜੀ ਹੈ ਨਾ ਖਰੀ ਹੋ ਕੇ ਨਿਕਲਣੀ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਦੀ ਰੱਖੀ ਹੋਈ ਨੀਂਹ ਕਦੇ ਢਿੱਲੀ ਨਹੀਂ ਪੈ ਸਕਦੀ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।